ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਊ ਬਿਰਾਮਣ ਕਉ ਕਰ ਲਾਭੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾਂ ਖਾਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਜਿਹੜਾ ਪਾਵਨ ਸ਼ਲੋਕ ਹੈ ਤੇ ਇਹਦੇ ਨਾਲ ਦਾ ਜੋ ਅਗਲਾ ਸ਼ਲੋਕ ਹੈ, ਇਹਦੇ ਵਿੱਚ ਖਾਸ ਕਰਕੇ ਉਹਨਾਂ ਬੰਦਿਆਂ ਦੀ ਗੱਲ ਕੀਤੀ ਹੈ ਜਿਹੜੇ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਨੇ ਜਾਂ ਧਾਰਮਿਕ ਮੰਨੇ ਜਾਂਦੇ ਨੇ, ਪਰ ਉਹ ਇੰਨੀ ਦਲੇਰੀ ਦੇ ਨਾਲ ਧਰਮ ਨਹੀਂ ਨਿਭਾਉਂਦੇ ਕਿ ਜੇਕਰ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਰੱਬ ਨੂੰ ਤੁਸੀਂ ਮੰਨਣਾ ਤੇ ਹੈ ਪਰ ਸਾਡੇ ਤਰੀਕੇ ਦੇ ਨਾਲ ਮੰਨੋ, ਉਹ ਉਸੇ ਵੇਲੇ ਮੰਨਣ ਲੱਗ ਪੈਂਦੇ ਨੇ। ਫਰਕ ਹੈ ਥੋੜਾ ਜਿਹਾ ਇਸ ਗੱਲ ਨੂੰ। ਹਜ਼ੂਰ ਕਹਿੰਦੇ ਨੇ ਨਿਰਭਉ ਜਪੈ ਸਗਲ ਭਉ ਮਿਟੈ। ਰੱਬ ਦੇ ਜਪਣ ਦਾ ਮਤਲਬ ਹੀ ਇਹ ਹੈ ਵੀ ਸਾਡੇ ਅੰਦਰ ਨਿਰਭੈਤਾ ਪੈਦਾ ਹੋਵੇ, ਅਸੀਂ ਨਿਡਰ ਹੋਈਏ। ਪਰ ਜੇਕਰ ਕੋਈ ਬੰਦਾ ਕਿਸੇ ਵਹਿਮ ਦੇ ਵਿੱਚ ਜੁੜਿਆ ਹੋਇਆ ਹੈ ਤੇ ਉਸ ਵਹਿਮ ਦੇ ਅਧੀਨ ਰੱਬ ਦੀ ਪੂਜਾ ਕਰਦਾ ਪਿਆ ਹੈ, ਉਹ ਰੱਬ ਦੀ ਪੂਜਾ ਨਹੀਂ ਹੈ, ਉਹ ਉਹਦੇ ਵਹਿਮ ਦੀ ਹੀ ਪੂਜਾ ਹੈ, ਭਾਵੇਂ ਨਾਮ ਰੱਬ ਦਾ ਲਈ ਜਾ ਰਿਹਾ ਹੈ ਉੱਥੇ। ਔਰ ਬੜਾ ਇਹ ਵਿਸ਼ਾ ਅਸੀਂ ਲੈ ਕੇ ਚੱਲਦੇ ਹਾਂ ਕਿ ਸਾਡੇ ਜਦੋਂ ਅਸੀਂ ਜਿਸ ਸਮਾਜ ਦੇ ਵਿੱਚ, ਜਿਸ ਸੁਸਾਇਟੀ ਦੇ ਵਿੱਚ ਰਹਿ ਰਹੇ ਹੁੰਦੇ ਹਾਂ ਤੇ ਉਸ ਸੁਸਾਇਟੀ ਦੇ ਵਿੱਚ ਰਹਿੰਦਿਆਂ ਹੋਇਆਂ ਸਾਡੇ ਕੁਝ ਨਿੱਜੀ ਖਿਆਲ ਨੇ, ਨਿੱਜੀ ਵਿਚਾਰ ਨੇ, ਤੇ ਅਸੀਂ ਚਾਹੁੰਦੇ ਹਾਂ ਵੀ ਸੁਸਾਇਟੀ ਉਹਦੀ ਕਦਰ ਕਰੇ। ਠੀਕ ਹੈ, ਸੁਸਾਇਟੀ ਆਜ਼ਾਦ ਹੈ, ਪਰ ਉਹਦੇ ਵਿੱਚ ਆਜ਼ਾਦ ਮੈਂ ਤਦ ਹਾਂ ਜਦੋਂ ਮੇਰੇ ਮਨ ਦੇ ਜਿਹੜੇ ਖਿਆਲ ਨੇ ਮੈਂ ਉਹਨਾਂ ਨੂੰ ਪ੍ਰਗਟ ਕਰ ਸਕਦਾ ਹਾਂ। ਕੋਈ ਧੱਕੇ ਦੇ ਨਾਲ ਮੈਨੂੰ ਇਹ ਕਵੇ ਕਿ ਤੁਸੀਂ ਰੱਬ ਦਾ ਨਾਮ ਤੇ ਲਵੋ, ਪਰ ਉਹ ਰੱਬ ਦਾ ਨਾਮ ਲਵੋ ਜਿਹੜਾ ਤੁਹਾਨੂੰ ਮੈਂ ਕਹਿ ਰਿਹਾ ਹਾਂ। ਇਹਦਾ ਮਤਲਬ ਕੀ ਹੁੰਦਾ ਹੈ? ਇਹ ਬੰਦਗੀ ਨਹੀਂ ਹੁੰਦੀ, ਇਹ ਗੁਲਾਮੀ ਹੋ ਜਾਂਦੀ ਹੈ। ਫਰਕ ਸਿਰਫ ਇੰਨਾ ਕੁ ਹੈ। ਇਸ ਕਰਕੇ ਗੁਰਬਾਣੀ ਨੇ ਇੱਕ ਪੰਕਤੀ ਬੜੇ ਪਿਆਰ ਦੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬੋਲੀ ਹੈ। ਹਜ਼ੂਰ ਕਹਿੰਦੇ ਨੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤੇ ਤੈ ਲੈਹੋ ਉਬਾਰ। ਕੋਈ ਮਤਲਬ ਨਹੀਂ ਕਿ ਕੋਈ ਕਿਸ ਦਰਵਾਜ਼ੇ ਤੋਂ ਆ ਰਿਹਾ ਹੈ, ਮਤਲਬ ਸਿਰਫ ਇੰਨਾ ਹੈ ਕਿ ਪਹੁੰਚ ਜਾਵੇ। ਕੋਈ ਰਾਮ ਕਹਿ ਕੇ ਪਹੁੰਚ ਸਕਦਾ ਹੋਵੇ ਤੇ ਪਹੁੰਚ ਜਾਵੇ, ਕੋਈ ਅੱਲਾ ਕਹਿ ਕੇ ਪਹੁੰਚ ਸਕਦਾ ਹੋਵੇ ਤੇ ਪਹੁੰਚ ਜਾਵੇ, ਕੋਈ ਵਾਹਿਗੁਰੂ ਕਹਿ ਕੇ ਪਹੁੰਚ ਸਕਦਾ ਹੋਵੇ ਤੇ ਪਹੁੰਚ ਜਾਵੇ। ਇਸ ਕਰਕੇ ਤੁਸੀਂ ਗੁਰਬਾਣੀ ਦੇ ਵਿੱਚ ਵੇਖੋਗੇ ਬਾਬਾ ਫਰੀਦ ਸਾਹਿਬ ਅੱਲਾ ਕਹਿ ਰਹੇ ਨੇ, ਬਾਬਾ ਕਬੀਰ ਸਾਹਿਬ ਰਾਮ ਵੀ ਕਹਿੰਦੇ ਨੇ, ਅੱਲਾ ਵੀ ਕਹਿੰਦੇ ਨੇ, ਭਗਤ ਨਾਮਦੇਵ ਰਾਮ ਵੀ ਕਹਿੰਦੇ ਨੇ, ਅੱਲਾ ਵੀ ਕਹਿੰਦੇ ਨੇ, ਭੱਟ ਸਾਹਿਬਾਨ ਨੂੰ ਪੜ੍ਹ ਕੇ ਵੇਖ ਲਓ ਵਾਹਿਗੁਰੂ ਕਹਿੰਦੇ ਨੇ। ਪਰ ਜਦੋਂ ਦਿੱਕਤ ਉੱਥੇ ਆ ਕੇ ਆਉਣੀ ਸ਼ੁਰੂ ਹੁੰਦੀ ਹੈ ਜਿਸ ਸੁਸਾਇਟੀ ਦੇ ਵਿੱਚ ਅਸੀਂ ਜੀਂਦੇ ਹਾਂ, ਤੇ ਉਸ ਸੁਸਾਇਟੀ ਦੇ ਵਿੱਚ ਕੁਝ ਕਰਮ ਕਾਂਡ ਇਦਾਂ ਦੇ ਹੁੰਦੇ ਨੇ ਜੋ ਸਾਰੇ ਜਾਣੇ ਨਹੀਂ ਕਰਦੇ ਪਰ ਮੈਂ ਕਰਦਾ ਹਾਂ, ਤੇ ਮੈਨੂੰ ਕੋਈ ਧੱਕੇ ਨਾਲ ਕਵੇ ਵੀ ਤੂੰ ਵੀ ਇਹ ਕੰਮ ਕਰ। ਜਦੋਂ ਮੈਂ ਉਸ ਧਰਮ ਨੂੰ ਬਿਲੋਂਗ ਹੀ ਨਹੀਂ ਕਰਦਾ, ਮੇਰਾ ਉਹ ਮਜ਼ਹਬ ਹੀ ਨਹੀਂ ਹੈ, ਤੇ ਕੋਈ ਧੱਕੇ ਨਾਲ ਜਾਂ ਸਰਕਾਰੀ ਕਾਨੂੰਨ ਮੇਰੇ ਉੱਤੇ ਥੋਪ ਕੇ ਕਿੱਦਾਂ ਕਹਿ ਸਕਦਾ ਹੈ ਕਿ ਤੂੰ ਵੀ ਸਾਡੇ ਵਾਲੇ ਧਾਰਮਿਕ ਕਰਮ ਨਿਭਾ। ਇਹ ਭਾਵੇਂ ਕੋਈ ਸਿੱਖਾਂ ਦੀ ਕੰਟਰੀ ਹੋਵੇ, ਭਾਵੇਂ ਕੋਈ ਹਿੰਦੂਜ਼ ਦੀ ਕੰਟਰੀ ਹੋਵੇ, ਤੇ ਭਾਵੇਂ ਕੋਈ ਮੁਸਲਮਾਨਾਂ ਦੀ ਹੋਵੇ, ਤੇ ਭਾਵੇਂ ਕ੍ਰਿਸਚਨਸ ਦੀ ਹੋਵੇ, ਕਿਸੇ ਦੀ ਵੀ ਹੋਵੇ। ਧਾਰਮਿਕ ਆਜ਼ਾਦੀ ਦਾ ਮਤਲਬ ਹੀ ਇਹ ਹੈ ਵੀ ਭਾਈ ਜਿਹੜੇ ਬੰਦੇ ਦੇ ਰਿਚੁਅਲਸ ਨੇ, ਕਰਮ ਕਾਂਡ ਨੇ, ਉਹ ਆਪਣੀ ਮਰਜ਼ੀ ਨਾਲ ਕਰ ਸਕਦਾ ਹੋਵੇ। ਇਹ ਸੁਭਾਵਿਕ ਜੀ ਗੱਲ ਹੈ ਵੀ ਇੱਕ ਜਿਹੜਾ ਹੈ ਧਰਮ, ਉਹਦੇ ਬਹੁਤੇ ਕਰਮ ਦੂਸਰਿਆਂ ਨਾਲ ਨਹੀਂ ਮਿਲਦੇ। ਅਸੀਂ ਇੱਥੇ ਵੀ ਪੜਾਂਗੇ, ਜਿਸ ਤਰ੍ਹਾਂ ਆਪਾਂ ਸੌਖੀ ਜੀ ਗੱਲ ਕਰਦੇ ਹਾਂ, ਇੱਥੇ ਵੀ ਉਦਾਹਰਣ ਆਵੇਗੀ। ਗਊ ਹਿੰਦੂਆਂ ਦੇ ਲਈ ਬਹੁਤ ਪਵਿੱਤਰ ਹੈ, ਪਰ ਮੁਸਲਮਾਨਾਂ ਦੇ ਲਈ ਬਿਲਕੁਲ ਵੀ ਨਹੀਂ ਹੈ। ਸੂਰ ਮੁਸਲਮਾਨਾਂ ਦੇ ਲਈ ਬਹੁਤ ਪਵਿੱਤਰ ਹੈ, ਹਿੰਦੂਆਂ ਦੇ ਲਈ ਬਿਲਕੁਲ ਵੀ ਨਹੀਂ ਹੈ। ਔਰ ਸਾਡਾ ਤੇ ਮਾਲਕ ਨੇ ਕਿਰਪਾ ਹੀ ਇਦਾਂ ਦੀ ਕਰ ਦਿੱਤੀ, ਜਿਹੋ ਜਿਹਾ ਸੂਰ ਉਹੋ ਜੀ ਗਾਂ, ਕੋਈ ਫਰਕ ਹੀ ਨਹੀਂ, ਦੋਵੇਂ ਪਾਸੇ ਇਦਾਂ ਦੇ ਨੇ। ਪਰ ਜਦੋਂ ਵੀ ਅਸੀਂ ਇਸ ਚੀਜ਼ ਨੂੰ ਸਮਝਣਾ ਹੈ ਕਿ ਜੇ ਮੈਂ ਉਦਣ ਵੀ ਬੇਨਤੀ ਕੀਤੀ ਸੀ ਵੀ ਮੈਂ ਕਿਸੇ ਦੇਵੀ ਦੇਵਤੇ ਨੂੰ ਮੰਨਦਾ ਹਾਂ ਜਾਂ ਨਹੀਂ ਮੰਨਦਾ, ਉਹ ਬਾਅਦ ਦੀਆਂ ਗੱਲਾਂ ਨੇ।
ਪਰ ਜਿਹੜਾ ਮੰਨਦਾ ਪਿਆ ਹੈ ਉਹਦੇ ਪ੍ਰਤੀ ਮੇਰਾ ਨਜ਼ਰੀਆ ਕੀ ਹੈ ਕਿ ਮੈਨੂੰ ਲੱਗਦਾ ਵੀ ਇਹ ਸਾਰੇ ਕਾਫਰ ਹੀ ਤੁਰੇ ਫਿਰਦੇ ਨੇ ਤੇ ਖਤਮ ਹੋ ਜਾਣੇ ਚਾਹੀਦੇ ਨੇ। ਇਹ ਤਾਂ ਬੜੀ ਵੱਡੀ ਮੂਰਖਤਾ ਹੈ ਇਸ ਦੁਨੀਆ ਦੇ ਵਿੱਚ, ਇਦਾਂ ਕਹਿ ਲਈਏ। ਇੱਕ ਗੱਲ ਮੈਂ ਆਪ ਜੀ ਦੇ ਅੱਗੇ ਇਸ ਪਾਸੇ ਤੋਂ ਰੱਖ ਦੇਵਾਂ, ਧਾਰਮਿਕ ਆਜ਼ਾਦੀ ਤੇ ਧਾਰਮਿਕ ਸਹਿਣਸ਼ੀਲਤਾ ਇਹ ਏਡੇ ਕਮਾਲ ਦੀ ਹੋਣੀ ਚਾਹੀਦੀ ਹੈ, ਸਾਡੇ ਦੇਸ਼ ਦੇ ਵਿੱਚ ਘਟਦੀ ਜਾ ਰਹੀ ਹੈ ਬਹੁਤ ਜ਼ਿਆਦਾ, ਅੱਗੇ ਨਾਲੋਂ ਬਹੁਤ ਜ਼ਿਆਦਾ ਖਰਾਬੀ ਉੱਤੇ ਆ ਗਈ ਹੈ। ਜਾਂ ਇਦਾਂ ਕਹਿ ਲਈਏ ਵੀ ਪਹਿਲਾਂ ਸਾਹਮਣੇ ਨਹੀਂ ਸੀ ਆਉਂਦੀ। ਪ੍ਰੋਬਲਮ ਇਹ ਹੋ ਗਈ ਹੈ ਕਿ ਜਦੋਂ ਇਸ ਦੇਸ਼ ਦੇ ਉੱਤੇ ਮੁਸਲਮਾਨਾਂ ਨੇ ਰਾਜ ਕੀਤਾ ਹੈ ਉਦੋਂ ਉਹਨਾਂ ਨੇ ਦਬਾਇਆ ਹੈ। ਉਦੋਂ ਦਬਣ ਵਾਲੇ ਕੌਣ ਸੀ? ਤੁਹਾਨੂੰ ਵੀ ਪਤਾ ਵੀ ਖਾਸ ਕਰਕੇ ਜਿਹੜੀ ਹਿੰਦੂ ਕਮਿਊਨਿਟੀ ਹੈ ਬਹੁਤ ਜ਼ਿਆਦਾ ਦੱਬੀ ਗਈ ਹੈ। ਹੁਣ ਪ੍ਰੋਬਲਮ ਇਹ ਹੈ ਕਿ ਮੁਸਲਮਾਨ ਇੱਥੋਂ ਹਟ ਗਏ ਨੇ, ਕਿੰਨਾ ਕੁ ਟਾਈਮ ਰਾਜ ਰਹਿਣਾ ਸੀ, ਰਾਜ ਤੇ ਬਦਲਦੇ ਰਹਿੰਦੇ ਨੇ। ਹੁਣ ਉਹ ਕੀ ਹੋਣ ਲੱਗ ਪਿਆ ਹੈ, ਹੁਣ ਕੁਦਰਤ ਨੇ ਇਦਾਂ ਕਹਿ ਲਈਏ ਵੀ ਜਦੋਂ ਅਸੀਂ ਤੱਕੜੀ ਦੇ ਵਿੱਚ ਚੀਜ਼ਾਂ ਤੋਲਦੇ ਹੁੰਦੇ ਸੀ ਨਾ, ਤੇ ਉਹ ਵੇਖੋ ਵੀ ਇੱਕ ਵਾਰ ਜਿਹੜੇ ਪਾਸੇ ਵੱਟੇ ਪਾਏ ਹੋਣ, ਜਦੋਂ ਦੂਜੇ ਪਾਸੇ ਸਮਾਨ ਪਾਉਂਦੇ ਜਾਈਏ ਤੇ ਇੱਕ ਵਾਰ ਦੂਸਰਾ ਪਾਸਾ ਵੀ ਝੁਕ ਜਾਂਦਾ, ਬਾਅਦ ਦੇ ਵਿੱਚ ਬੈਲੈਂਸ ਆਉਂਦਾ। ਹੁਣ ਇਦਾਂ ਹੋ ਗਿਆ, ਜੋ ਕੁਝ ਲਗਭਗ ਆਮ ਹਿੰਦੂਆਂ ਦੇ ਨਾਲ ਕੀਤਾ ਗਿਆ, ਇਦਾਂ ਕਹਿ ਲਈਏ ਸਿੱਖਾਂ ਦੇ ਨਾਲ ਵੀ ਕੀਤਾ ਗਿਆ, ਹੁਣ ਉਹ ਚੀਜ਼ ਕਿਤੇ ਨਾ ਕਿਤੇ ਬਹੁਤੇ ਲੋਕ ਬਦਲਾ ਲੈਣ ਦੇ ਬਾਰੇ ਮੁਸਲਮਾਨਾਂ ਦੇ ਨਾਲ ਵੀ ਕਰਦੇ ਨੇ। ਤੁਹਾਡੇ ਸਾਹਮਣੇ ਕਈ ਇਸ ਤਰੀਕੇ ਦੀਆਂ ਉਦਾਹਰਨਾਂ ਆ ਜਾਂਦੀਆਂ ਨੇ, ਤੇ ਬਹੁਤੇ ਪਤਾ ਕੀ ਕਹਿੰਦੇ ਨੇ, ਅਸੀਂ ਤੇ ਬਦਲਾ ਲੈ ਰਹੇ ਹਾਂ। ਵੀ ਐਡੀ ਹਿੰਮਤ ਸੀ ਤੇ ਫਿਰ ਉਦੋਂ ਕਿਉਂ ਨਹੀਂ ਤੁਸੀਂ ਬਦਲੇ ਲਏ? ਹੁਣ ਤੇ ਮੂਰਖਤਾ ਹੀ ਹੋਵੇਗੀ ਨਾ ਵੀ ਹੁਣ ਦੇ ਅਸੀਂ ਉਹਨਾਂ ਚੀਜ਼ਾਂ ਨੂੰ ਚੇਤੇ ਕਰ ਕਰਕੇ ਲੜਦੇ ਹਾਂ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਪਹਿਲੀ ਗੱਲ ਵੀ ਜੇ ਤੂੰ ਧਾਰਮਿਕ ਹੈ ਤੇ ਗੱਲ ਬੜੀ ਛੋਟੀ ਜੀ ਹੈ ਜੇ ਤੂੰ ਧਾਰਮਿਕ ਹੈ ਤੇ ਜਿਹੜੇ ਅਦਰ ਨੇ, ਦੂਸਰੇ ਨੇ, ਚਾਹੇ ਉਹਨਾਂ ਦੇ ਤੇਰੇ ਨਾਲ ਕਰਮਕਾਂਡ ਮਿਲਦੇ ਨੇ, ਚਾਹੇ ਕਰਮਕਾਂਡ ਨਹੀਂ ਮਿਲਦੇ, ਚਾਹੇ ਤੇਰੀ ਉਹਨਾਂ ਦੇ ਨਾਲ ਸੋਚ ਮਿਲਦੀ ਹੈ ਚਾਹੇ ਨਹੀਂ ਮਿਲਦੀ, ਤੂੰ ਉਹਨਾਂ ਨੂੰ ਉਹ ਧਰਮ ਨਿਭਾਉਣ ਦੇ ਲਈ ਸਪੇਸ ਕਿੰਨਾ ਦਿੰਦਾ ਹੈ, ਤੂੰ ਥਾਂ ਕਿੰਨੀ ਦਿੰਦਾ ਹੈ। ਦੋ ਕੁ ਉਦਾਹਰਨਾਂ ਆਪ ਜੀ ਦੇ ਅੱਗੇ ਰੱਖ ਦੇਵਾਂ, ਕਿਉਂਕਿ ਇਹ ਬਹੁਤੀ ਵਾਰ ਇੰਝ ਲੱਗੇਗਾ ਵੀ ਸ਼ਾਇਦ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 4 ਜੰਗਾਂ ਕੀਤੀਆਂ ਨੇ, ਤੇ ਗੁਰੂ ਸਾਹਿਬ ਦੀ ਦਰਬਾਰ ਦੇ ਵਿੱਚ ਜਿਹੜੇ ਮੁਸਲਮਾਨ ਸੀ ਉਹ ਵੀ ਫੌਜ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਹੁੰਦੇ ਸੀ। ਤੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਸਜਿਦ ਤਿਆਰ ਕਰਵਾਈ ਸੀ ਇਹਨਾਂ ਮੁਸਲਮਾਨਾਂ ਦੀ ਨਮਾਜ਼ ਦੇ ਲਈ। ਹੋਰ ਇੱਕ ਗੱਲ ਆਪ ਜੀ ਦੇ ਅੱਗੇ ਰੱਖ ਦੇਵਾਂ, ਸਮਾਣਾ ਸ਼ਹਿਰ ਹੈ ਪਟਿਆਲੇ ਦੇ ਨੇੜੇ, ਹੁਣ ਤੇ ਛੋਟਾ ਹੋ ਗਿਆ, ਬਹੁਤਾ ਚੜ੍ਹਦੀ ਕਲਾ ਦੇ ਵਿੱਚ ਨਹੀਂ ਰਿਹਾ, ਪਹਿਲਾਂ ਬੜਾ ਕਮਾਲ ਦਾ ਸੀ। ਇਹਦੇ ਵਿੱਚ ਜੇ ਇਦਾਂ ਹਿਸਾਬ ਲਾ ਲਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ 22 ਜਿਹੜੇ ਸੀ ਨਾ ਉਹ ਉਮਰਾ ਰਹਿੰਦੇ ਹੁੰਦੇ ਸੀ, ਅਮੀਰ ਰਹਿੰਦੇ ਹੁੰਦੇ ਸੀ, ਤੇ ਇਹਨਾਂ ਦਾ ਸੰਬੰਧ ਕੈਬਨਿਟ ਦੇ ਨਾਲ ਹੁੰਦਾ ਸੀ, ਦਿੱਲੀ ਦਰਬਾਰ ਦੇ ਨਾਲ ਹੁੰਦਾ ਸੀ। ਤੇ ਸਭ ਤੋਂ ਵੱਡੀ ਗੱਲ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਲੇ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਉਹ ਜਿਹੜੇ ਜਲਾਦ ਸੀ ਨਾ ਉਹ ਸਮਾਣੇ ਦੇ ਸੀ। ਹੁਣ ਇਸ ਗੁੱਸੇ ਦੇ ਵਿੱਚ ਆ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਦੇ ਉੱਤੇ ਅਟੈਕ ਕੀਤਾ ਸੀ। ਇਹ ਜਿਹੜੇ 22 ਕਿਲੇ ਸੀ ਇਹਨਾਂ ਦਾ ਕੁਝ ਵੀ ਨਹੀਂ ਲੱਭਦਾ, ਅਜੇ ਤੱਕ ਕੁਝ ਵੀ ਨਹੀਂ ਲੱਭਦਾ, ਮਤਲਬ ਇੰਨੀ ਬੁਰੀ ਹਾਲ ਕੀਤੀ। ਪਰ ਇਸੇ ਸ਼ਹਿਰ ਦੇ ਵਿੱਚ ਮਸਜਿਦਾਂ ਨੇ ਉਹ ਉਸੇ ਰੂਪ ਦੇ ਵਿੱਚ ਪਈਆਂ ਹੋਈਆਂ ਨੇ ਵੀ ਸ਼ਹਿਰ ਦਾ ਨੁਕਸਾਨ ਕੀਤਾ ਹੈ ਪਰ ਮਸਜਿਦ ਨੂੰ ਹੱਥ ਵੀ ਨਹੀਂ ਲਾਇਆ ਜਾਵੇਗਾ। ਇਹਨੂੰ ਕੀ ਕਿਹਾ ਜਾਂਦਾ ਹੈ? ਅਦਰ ਦੇ ਬਾਰੇ ਸੋਚਣਾ ਵੀ ਨਹੀਂ, ਤੁਸੀਂ ਜਿਹੜੇ ਵੀ ਕੰਮ ਦੇ ਵਿੱਚ ਜਾ ਰਹੇ ਜੇ ਪਰ ਇੰਨੀ ਹੋਸ਼ ਨਾ ਭੁੱਲੋ ਵੀ ਤੁਹਾਨੂੰ ਲੱਗੇ ਵੀ ਮੈਂ ਉੱਤੇ ਹਾਂ ਤੇ ਉਹਨਾਂ ਦੇ ਕਰਮ ਮੇਰੇ ਨਾਲ ਨਹੀਂ ਮਿਲਦੇ ਪਏ। ਤੁਸੀਂ ਅਦਰ ਨੂੰ ਕਿੰਨੀ ਸਪੇਸ ਦਿੰਦੇ ਜੇ। ਇਹ ਹੁੰਦੀ ਹੈ ਬਹਾਦਰੀ, ਦਲੇਰੀ ਹੁੰਦੀ ਹੈ ਵੀ ਤੁਸੀਂ ਆਪਣੀ ਤਾਕਤ ਦੇ ਵਿੱਚ ਹੋ ਕੇ ਦੂਸਰੇ ਨੂੰ ਕਿੰਨਾ ਮੌਕਾ ਦਿੰਦੇ ਹੋ ਉਸ ਚੀਜ਼ ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਇੱਕ ਗੱਲ ਦਾ ਜ਼ਿਕਰ ਰਾਜਮੋਹਨ ਗਾਂਧੀ ਹੋਣਾ ਨੇ ਕੀਤਾ ਹੈ। ਇਹ ਮਹਾਤਮਾ ਗਾਂਧੀ ਦੇ ਪੋਤਰੇ ਨੇ, ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਨਾ ਇੱਕ ਹਕੀਮ ਸੀ, ਘੋੜਿਆਂ ਦਾ ਇਲਾਜ ਕਰਦਾ ਹੁੰਦਾ ਸੀ, ਤੇ ਉਹਨੇ ਮੁਸਲਮਾਨ ਸੀ, ਉਹ ਸਿੱਖਾਂ ਦੇ ਕੁਝ ਘੋੜੇ ਬਿਮਾਰ ਹੋ ਗਏ ਤੇ ਉਹਨੇ ਇਲਾਜ ਕਰ ਦਿੱਤਾ। ਤੇ ਉਹਦੇ ਇਵਜ਼ ਦੇ ਵਿੱਚ ਕਹਿੰਦੇ ਵੀ ਸਿੱਖਾਂ ਨੇ ਏਡੀ ਸੋਹਣੀ ਮਸਜਿਦ ਉਹਦੀ ਨਮਾਜ਼ ਦੇ ਲਈ ਤਿਆਰ ਕਰਕੇ ਦਿੱਤੀ ਸੀ ਵੀ ਜਿਹਦੇ ਵੱਲ ਦਿਨੇ ਜਦੋਂ ਵੇਖੀਦਾ ਸੀ ਤੇ ਅੱਖਾਂ ਥੱਲੇ ਕਰਨੀਆਂ ਪੈ ਜਾਂਦੀਆਂ ਸੀ, ਮਤਲਬ ਵੀ ਇੰਨੀ ਚਿੱਟੀ ਤੇ ਚਮਕਦਾਰ ਉਹਦੇ ਲਈ ਨਮਾਜ਼ ਜਿਹੜੀ ਆ ਮਸਜਿਦ ਬਣਾ ਕੇ ਦੇ ਦਿੱਤੀ। ਇਹਨੂੰ ਕੀ ਹੁੰਦਾ ਹੈ? ਇਹ ਹੁੰਦਾ ਵੀ ਭਾਈ ਮੇਰੇ ਕਰਮ ਤੇਰੇ ਨਾਲ ਨਹੀਂ ਮਿਲਦੇ, ਮੇਰੀਆਂ ਗੱਲਾਂ ਤੇਰੇ ਨਾਲ ਨਹੀਂ ਮਿਲਦੀਆਂ, ਪਰ ਮੈਂ ਇਸ ਗੱਲ ਨੂੰ ਜ਼ਰੂਰ ਕਹਿਣਾ ਹਾਂ, ਜਦੋਂ ਤੱਕ ਤੇਰਾ ਮਨ ਇਸ ਚੀਜ਼ ਤੋਂ ਬਦਲਣ ਦੇ ਲਈ ਨਹੀਂ ਨਾ ਕਰਦਾ,
ਤੇ ਮੈਂ ਤੇਰੇ ਨਾਲ ਧੱਕਾ ਨਹੀਂ ਕਰਾਂਗਾ ਵੀ ਤੂੰ ਇਦਾਂ ਹੀ ਕਰ। ਮੇਰਾ ਕੰਮ ਹੈ ਤੈਨੂੰ ਕਹਿਣਾ, ਮੈਂ ਕਹਿ ਦੇਵਾਂਗਾ, ਪਰ ਮੈਂ ਤੈਨੂੰ ਮਨਾਵਾਂਗਾ ਨਹੀਂ। ਮੰਨੇਗਾ ਉਦਣ ਹੀ ਤੂੰ ਜਿੱਦਣ ਤੇਰਾ ਮਨ ਕਵੇਗਾ, ਮੰਨਣਾ ਤੂੰ ਉਦਣ ਹੀ ਹੈ। ਇਸ ਕਰਕੇ ਮੈਂ ਵਾਰ-ਵਾਰ ਕਹਿੰਦਾ ਹੁੰਦਾ ਹਾਂ, ਅਸੀਂ ਭਾਵੇਂ ਧਾਰਮਿਕ ਜ਼ਿੰਦਗੀ ਜੀਂਦੇ ਹਾਂ ਤੇ ਭਾਵੇਂ ਆਮ ਜੀ ਜ਼ਿੰਦਗੀ ਜੀ ਰਹੇ ਹਾਂ, ਹਰ ਇੱਕ ਬੰਦੇ ਨੂੰ ਉਹਦੇ ਆਪਣੇ ਤਰੀਕੇ ਨਾਲ ਮੁੜਨ ਦਾ ਟਾਈਮ ਦਿਓ। ਸਾਡੇ ਵਿੱਚ ਸਬਰ ਨਹੀਂ ਹੈ। ਅਸੀਂ ਰਾਤ ਚਾਹੁੰਦੇ ਹਾਂ ਵੀ ਸਾਰਾ ਕੁਝ ਸਾਡੇ ਹੱਕ ਦੇ ਵਿੱਚ ਹੋ ਜਾਵੇ, ਧਰਮ ਵੀ ਉਹ ਲੋਕੀ ਮੰਨਣ ਜਿਹੜਾ ਮੈਂ ਮਨਾਉਣਾ ਚਾਹੁੰਦਾ। ਨਹੀਂ, ਕਦੀ ਨਹੀਂ ਸਾਰੀ ਦੁਨੀਆ ਦੇ ਵਿੱਚ ਇਦਾਂ ਹੋ ਸਕਦਾ। ਇਸ ਕਰਕੇ ਮਹਾਰਾਜ ਨੇ ਪਹਿਲਾਂ ਤੇ ਉਹਨਾਂ ਲੋਕਾਂ ਦੀ ਗੱਲ ਕੀਤੀ ਹੈ ਵੀ ਭਾਈ ਲੋਕ ਧਾਰਮਿਕ ਤੇ ਹੈ ਨੇ, ਪਰ ਡਰ ਕਰਕੇ ਧਰਮ ਨਿਭਾਉਂਦੇ ਨੇ ਵੀ ਇੱਥੇ ਸਾਰੇ ਉਹ ਧਰਮ ਮੰਨਦੇ ਨੇ, ਆਪਾਂ ਵੀ ਉਹ ਧਰਮ ਮੰਨ ਲਈਏ। ਇੱਥੇ ਸਾਰੇ ਉਹ ਕਰਮ ਕਾਂਡ ਕਰਦੇ ਨੇ, ਆਪਾਂ ਵੀ ਸਾਰੇ ਉਹ ਕਰਮ ਕਾਂਡ ਕਰ ਲਈਏ। ਪਰ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਹੈ, ਆਪਾਂ ਇੱਕ ਹੋਰ ਸਾਖੀ ਸਮਝ ਲਈਏ ਤੇ ਫਿਰ ਇਹ ਗੱਲ ਸਾਡੇ ਵਿੱਚੋਂ ਕਲੀਅਰ ਹੋ ਜਾਵੇਗੀ। ਭਾਈ ਕਲਿਆਣਾ ਪਹਿਲੀ ਵਾਰ ਜਦੋਂ ਗਏ ਨਾ ਇੱਕ ਇਲਾਕੇ ਦੇ ਵਿੱਚ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿੱਖ ਸੀ। ਹੁਣ ਇਹ ਵੇਖੋ ਵੀ ਬਾਕੀ ਥਾਵਾਂ ਦੇ ਉੱਤੇ ਹਿੰਦੁਸਤਾਨ 'ਚ ਕਿੰਨੀਆਂ ਥਾਵਾਂ ਤੇ ਵਰਤ ਰੱਖੇ ਜਾਂਦੇ ਨੇ। ਕਦੀ ਬੰਦੇ ਵੀ ਵਰਤ ਰੱਖਦੇ ਨੇ, ਇਕੱਲੀਆਂ ਬੀਬੀਆਂ ਨਹੀਂ ਰੱਖਦੀਆਂ, ਬੰਦੇ ਵੀ ਵਰਤ ਰੱਖਦੇ ਨੇ। ਉਹਨਾਂ ਨੂੰ ਸਿਖਾਇਆ ਇਸ ਪਾਸੇ ਦਾ ਗਿਆ ਹੈ। ਗਲਤ ਹੈ ਜਾਂ ਸਹੀ ਹੈ ਉਹ ਬਾਅਦ ਦੀਆਂ ਗੱਲਾਂ ਨੇ, ਪਰ ਕਿਸੇ ਦੇ ਉੱਤੇ ਧੱਕਾ ਥੋੜ੍ਹਾ ਕੀਤਾ ਜਾ ਸਕਦਾ ਵੀ ਮੈਂ ਵਰਤ ਰੱਖਦਾ ਹਾਂ ਤੇ ਤੁਸੀਂ ਵੀ ਵਰਤ ਰੱਖੋ, ਜਿਹੜਾ ਨਹੀਂ ਰੱਖਦਾ ਨਾ ਰੱਖੇ, ਕਿਉਂਕਿ ਸਾਡਾ ਕਹਿਣਾ ਫਰਜ਼ ਹੈ। ਗੁਰਮਤਿ ਦਾ ਇਹਦੇ ਨਾਲ ਕੋਈ ਸੰਬੰਧ ਹੀ ਨਹੀਂ। ਹੁਣ ਭਾਈ ਕਲਿਆਣਾ ਜਿਹੜਾ ਹੈ ਉਹ ਜਦੋਂ ਗਏ ਉਸ ਇਲਾਕੇ ਦੇ ਵਿੱਚ, ਤੇ ਉੱਥੇ ਸਾਰਿਆਂ ਨੇ ਵਰਤ ਰੱਖਿਆ ਹੋਇਆ। ਹੁਣ ਵਰਤ ਰੱਖੇ ਦਾ ਮਤਲਬ ਹੈ ਵੀ ਰਾਤ ਨੂੰ ਕੋਈ ਰੋਟੀ ਨਹੀਂ ਖਾਵੇਗਾ। ਉਹ ਜਦੋਂ ਉੱਥੇ ਭਾਈ ਕਲਿਆਣਾ ਜੀ ਗਏ ਤੇ ਉਹਨਾਂ ਜਾ ਕੇ ਅੱਗ ਬਾਲ ਦਿੱਤੀ। ਤੁਸੀਂ ਕਦੀ ਵੇਖਿਓ ਬਹੁਤੇ ਲੋਕ ਗ੍ਰਹਿਣ ਦੇ ਵੇਲੇ ਅੱਗ ਨਹੀਂ ਸੀ ਬਾਲਦੇ। ਅਜੇ ਵੀ ਕਈਆਂ ਲੋਕਾਂ 'ਚ ਇਦਾਂ ਦੇ ਵਹਿਮ ਹੈ ਨੇ ਵੀ ਗ੍ਰਹਿਣ ਲੱਗ ਜਾਣਾ ਤੇ ਅੱਗ ਨਹੀਂ ਬਾਲਣੀ, ਸਬਜ਼ੀ ਨਹੀਂ ਕੱਟਣੀ, ਉਹ ਨਹੀਂ ਕਰਨਾ, ਆਹ ਨਹੀਂ ਕਰਨਾ। ਕਿੱਡੇ ਕਿੱਡੇ ਵਹਿਮ ਨੇ ਲੋਕਾਂ ਦੇ ਮਨ 'ਚ। ਔਰ ਖਾਸ ਕਰਕੇ ਜਿਹੜੀ ਬੀਬੀ ਦੇ ਘਰ ਦੇ ਵਿੱਚ ਬੱਚੇ ਦਾ ਜਨਮ ਹੋਣ ਵਾਲਾ ਹੋਵੇ ਉਹਨੂੰ ਤਾਂ ਪੱਕਾ ਰੋਕਿਆ ਜਾਂਦਾ ਹੈ। ਇਹ ਵਹਿਮ ਨੇ ਸਾਰੇ, ਇਹਦੇ ਉੱਤੇ ਕੁਝ ਵੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮਹਾਰਾਜ ਦੇ ਕੋਲੋਂ ਤੰਦਰੁਸਤੀ ਦੀ ਦਾਤ ਲੈ ਕੇ ਜਾਓ, ਉੱਤੇ ਕੁਝ ਵੀ ਨਹੀਂ ਹੈ, ਇਹਦੇ ਤੋਂ ਸਿਰਫ ਵਹਿਮ ਪਏ ਹੋਏ ਨੇ ਬੰਦੇ ਨੂੰ। ਔਰ ਉਹਦੇ ਵਿੱਚ ਵੇਖੋ ਫਿਰ ਕੀ ਹੈ ਕਿ ਉਹਨਾਂ ਨੇ ਅੱਗ ਬਾਲ ਦਿੱਤੀ। ਸਾਰੇ ਪਾਸੇ ਰੌਲਾ ਪੈ ਗਿਆ ਵੀ ਕਿਸੇ ਨੇ ਅੱਗ ਨਹੀਂ ਬਾਲੀ ਤੇ ਇਹਨੇ ਅੱਗ ਬਾਲ ਕੇ ਤੇ ਨੁਕਸਾਨ ਕਰ ਦਿੱਤਾ। ਭਾਈ ਕਲਿਆਣਾ ਜੀ ਦੀ ਪੇਸ਼ੀ ਹੋ ਗਈ ਉੱਥੇ ਰਾਜੇ ਦੇ ਕੋਲ, ਤੇ ਸੱਦਿਆ ਵੀ ਅਸੀਂ ਸਾਰਿਆਂ ਨੇ ਵਰਤ ਰੱਖਿਆ, ਤੁਸੀਂ ਕਿਉਂ ਨਹੀਂ ਵਰਤ ਰੱਖਦੇ? ਕਹਿੰਦੇ ਜੀ ਮੇਰਾ ਧਰਮ ਹੀ ਨਹੀਂ ਹੈ ਵਰਤ ਰੱਖਣਾ, ਮੈਂ ਕਿਉਂ ਵਰਤ ਰੱਖਾਂ? ਮੈਨੂੰ ਮੇਰੇ ਗੁਰੂ ਨੇ ਕਿਹਾ ਹੀ ਨਹੀਂ ਹੈ ਵੀ ਵਰਤ ਰੱਖੋ ਤੇ ਇਹਦੇ ਨਾਲ ਕੁਝ ਹੋ ਜਾਂਦਾ ਜ਼ਿੰਦਗੀ ਦੇ ਵਿੱਚ। ਹੁਣ ਉੱਥੇ ਇੱਕ ਗੱਲ ਬੜੀ ਕਲੀਅਰ ਆਉਂਦੀ ਹੈ ਵੀ ਉਹਨਾਂ ਸਾਰਿਆਂ ਦੇ ਵਿੱਚ ਇੱਕ ਇਕੱਲਾ ਹੈ ਭਾਈ ਕਲਿਆਣਾ। ਉਹਨੇ ਜਾ ਕੇ ਗੁਰਮਤਿ ਦੀ ਗੱਲ ਕੀਤੀ ਹੈ ਤੇ ਬਾਅਦ ਦੇ ਵਿੱਚ ਸਾਰਾ ਇਲਾਕਾ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲਾ ਬਣ ਜਾਂਦਾ ਹੈ। ਇਹਦਾ ਮਤਲਬ ਕੀ ਹੈ? ਇਸ ਡਰ ਦੇ ਵਿੱਚ ਆ ਕੇ ਪੂਜਾ ਭਗਤੀ ਨਹੀਂ ਕਰਨੀ ਵੀ ਹਾਂ ਜੋ ਬਾਕੀ ਕਰਦੇ ਪਏ ਨੇ ਮੈਂ ਵੀ ਉਦਾਂ ਹੀ ਕਰੀ ਜਾਵਾਂ, ਤੇ ਨਾ ਤੇ ਡਰ ਕੇ ਭਗਤੀ ਕਰਨੀ ਹੈ ਤੇ ਨਾ ਕਦੀ ਇਦਾਂ ਭਗਤੀ ਕਰਾਉਣੀ ਹੈ ਕਿਸੇ ਦੇ ਕੋਲੋਂ ਵੀ ਧੱਕਾ ਕਰਕੇ ਭਗਤੀ ਕਰਾਉਣੀ ਹੈ ਵੀ ਮੈਂ ਇਦਾਂ ਕਹਿ ਰਿਹਾ ਹਾਂ ਤੇ ਤੂੰ ਵੀ ਇਦਾਂ ਕਹਿ। ਦੇਖੋ ਕੁਝ ਜਗ੍ਹਾ ਇਦਾਂ ਦੀਆਂ ਹੁੰਦੀਆਂ ਨੇ ਜਿੱਥੇ ਕੁਝ ਖਾਸ ਆਰਡਰ ਚੱਲਦੇ ਨੇ। ਜਿੱਦਾਂ ਮੰਨ ਲਓ ਮਸਜਿਦ ਹੈ ਤੇ ਮਸਜਿਦ ਦੇ ਵਿੱਚ ਨਮਾਜ਼ ਪੜ੍ਹੀ ਜਾਵੇਗੀ, ਇਹ ਉਹਨਾਂ ਦਾ ਇੱਕ ਸਿਸਟਮ ਹੈ। ਮੰਦਿਰ ਹੈ, ਮੰਦਿਰ ਦੇ ਵਿੱਚ ਮੂਰਤੀ ਪੂਜਾ ਹੁੰਦੀ ਹੈ, ਇਹ ਉਹਨਾਂ ਦਾ ਸਿਸਟਮ ਹੈ। ਸਾਡੇ ਵਿੱਚ ਇਦਾਂ ਹੈ ਜੋ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ, ਇਹ ਸਾਡਾ ਸਿਸਟਮ ਹੈ। ਹੁਣ ਮੈਂ ਕਹਾਂ ਵੀ ਮਸਜਿਦ ਵਾਲਾ ਸਿਸਟਮ ਮੈਂ ਇੱਥੇ ਲਾਗੂ ਕਰ ਦੇਵਾਂ, ਇੱਥੋਂ ਦਾ ਸਿਸਟਮ ਮੈਂ ਮੰਦਿਰ 'ਚ ਲਾਗੂ ਕਰ ਦੇਵਾਂ, ਮੰਦਿਰ ਦਾ ਸਿਸਟਮ ਜਾ ਕੇ ਮਸਜਿਦ ਵਿੱਚ ਲਾਗੂ ਕਰ ਦੇਵਾਂ, ਇਹਦੇ ਨਾਲ ਕੀ ਹੋਵੇਗਾ? ਸਿਰਫ ਹਉਮੈ ਜਿੱਤੇਗੀ ਮੇਰੀ, ਹੋਰ ਕੁਝ ਨਹੀਂ ਹੋਵੇਗਾ। ਜਗ੍ਹਾ ਤਾਂ ਬਦਲ ਗਈ, ਪਰ ਮੈਨੂੰ ਇੰਝ ਲੱਗਦਾ ਹੈ ਵੀ ਮੈਂ ਤਾਂ ਆਜ਼ਾਦ ਹਾਂ ਜੇ ਮੈਂ ਉੱਥੇ ਜਾ ਕੇ ਇਹ ਕੰਮ ਕਰਦਾ ਪਿਆ ਹਾਂ। ਨਹੀਂ, ਇੱਦਾਂ ਦਾ ਕੋਈ ਖਿਆਲ ਨਹੀਂ। ਪਰ ਇਹਨੂੰ ਇਸ ਪਾਸੇ ਤੋਂ ਜੀ ਕੇ ਵੇਖਣਾ ਵੀ ਦੂਸਰੇ ਦਾ ਜਿਹੜਾ ਦੂਸਰੇ ਨੂੰ ਅਦਰਸ ਨੂੰ ਮੈਂ ਕਿੰਨੀ ਸਪੇਸ ਦਿੰਦਾ ਹਾਂ ਇਸ ਜ਼ਿੰਦਗੀ ਦੇ ਵਿੱਚ ਜੀਣ ਦੇ ਲਈ। ਦੂਜਾ ਕੋਈ ਕਰਮ ਕਾਂਡ ਕਰਦਾ ਹੈ ਭਾਵੇਂ ਅਜੇ ਅਗਿਆਨਤਾ ਦੇ ਵਿੱਚ ਹੈ, ਜਦੋਂ ਉਹਨੂੰ ਸਮਝ ਆਵੇਗੀ ਆਪਣੇ ਆਪ ਹੀ ਮੁੜੇਗਾ। ਪਰ ਉਹਨੂੰ ਆਪਣੇ ਆਪ ਮੁੜਨ ਦਾ ਮੌਕਾ ਤੇ ਦੇਵਾਂ। ਸਾਡੇ ਤੋਂ ਕੁੱਟ-ਕੁੱਟ ਕੇ ਬੰਦਾ ਮਾਰ ਦਿੰਦੇ ਨੇ ਵੀ ਤੂੰ ਆਹ ਨਾ ਲੈ ਤੇ ਫਿਰ ਜਿਹੜਾ ਹੈ ਤੈਨੂੰ ਰੱਬ ਦੇ ਨੇੜੇ ਕਰ ਦੇਵਾਂਗਾ। ਵੇਖ ਲਓ ਤੁਸੀਂ, ਕਈਆਂ ਦੇ ਨਾਲ ਵਿਚਾਰਿਆਂ ਦੇ ਨਾਲ ਹੋ ਗਿਆ। ਉਹ ਫੜੇ ਗਏ ਰਸਤੇ ਦੇ ਵਿੱਚ, ਕਿਤੇ ਕੁਝ ਵੀ ਹੋਵੇ, ਕਾਨੂੰਨ ਪਾਸ ਕਰ ਦਿੱਤੇ ਗਏ ਜਾਂ ਕੁਝ ਵੀ ਕਰ ਦਿੱਤਾ ਗਿਆ, ਉਹਨੂੰ ਕੁੱਟ-ਕੁੱਟ ਕੇ ਇਸੇ ਕਰਕੇ ਮਾਰਤਾ ਵੀ ਤੂੰ ਮੁਸਲਮਾਨ ਹੈ ਤੇ ਤੂੰ ਰਾਮ ਦਾ ਨਾਮ ਲੈ। ਕਿੰਨੇ ਬੰਦੇ ਮਰ ਗਏ ਗਾਵਾਂ ਦੇ ਮਸਲੇ ਦੇ ਉੱਤੇ ਜਾਂ ਇਸ ਰਾਮ ਦੇ ਨਾਂ ਦੇ ਉੱਤੇ ਮਸਲੇ। ਔਰ ਰੱਬ ਦੇ ਨਾਂ ਦੇ ਉੱਤੇ ਬੰਦਾ ਮਾਰ ਦੇਣਾ, ਪਤਾ ਨਹੀਂ ਕਿਹੜੇ ਰੱਬ ਨੂੰ ਖੁਸ਼ ਕੀਤਾ ਜਾਂਦਾ ਹੈ।
ਕਦੀ ਸੋਚ ਕੇ ਵੇਖਿਓ ਇਸ ਚੀਜ਼ ਨੂੰ। ਠੀਕ ਹੈ, ਸਾਡੇ ਮਨਾਂ ਦੇ ਵਿੱਚ ਨਾ ਇਸ ਪਾਸੇ ਦਾ ਦਰਦ ਵੀ ਹੋਵੇਗਾ। ਛੋਟੀ ਜੀ ਗੱਲ ਨਹੀਂ ਹੁੰਦੀ ਵੀ ਕਿਸੇ ਬੰਦੇ ਨੂੰ ਮਾਰ ਦੇਣਾ, ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਕਿਸੇ ਦੀ ਜ਼ਿੰਦਗੀ ਖਾ ਜਾਣੀ, ਤੇ ਖਾਣੀ ਕਿਹਦੇ ਨਾਂ ਦੇ ਉੱਤੋਂ? ਵੀ ਮੈਂ ਮੰਨਦਾ ਹਾਂ ਤਾਂ ਤੁਸੀਂ ਵੀ ਮੰਨੋ, ਮੈਂ ਕਹਿੰਦਾ ਹਾਂ ਤਾਂ ਤੁਸੀਂ ਵੀ ਕਹਿੰਦੋ। ਇਦਾਂ ਗੱਲ ਨਹੀਂ ਬਣਦੀ। ਧਾਰਮਿਕ ਜ਼ਿੰਦਗੀ ਇਦਾਂ ਨਹੀਂ ਜੀਵੀ ਜਾਂਦੀ ਹੁੰਦੀ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਤੈਸੇ ਕੁਲਾ ਕਰਮ ਧਰਮ ਜੈਸੋ ਜੈਸੋ ਜਾ ਕੇ ਉੱਤਮ ਕੈ ਮਾਨ ਜਨ ਬ੍ਰਹਮ ਵਿਥਾਰ ਕੋ। ਉਹ ਭਾਈ, ਜਿੱਦਾਂ ਤੈਨੂੰ ਆਪਣੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ, ਅਦਰ ਨੂੰ ਵੀ ਉਹਦੇ ਵਿੱਚ ਸਪੇਸ ਦੇ, ਉਹਨੂੰ ਸਮਝਣ ਦੀ ਕੋਸ਼ਿਸ਼ ਕਰ। ਹੁਣ ਦੂਸਰਾ ਪਾਸਾ ਜਿਹੜੀ ਇੱਥੇ ਮਹਾਰਾਜ ਨੇ ਗੱਲ ਕੀਤੀ ਹੈ, ਕਈ ਤਰੀਕਿਆਂ ਦੇ ਵਹਿਮ ਸਾਨੂੰ ਸੁਸਾਇਟੀ ਦੇ ਵਿੱਚ ਸਿਖਾ ਦਿੱਤੇ ਜਾਂਦੇ ਨੇ। ਮੰਨ ਲਓ ਕੁਝ ਗੱਲਾਂ ਇੱਦਾਂ ਦੀਆਂ ਨੇ ਜਿਹੜੀਆਂ ਮੈਂ ਇੱਥੇ ਹੀ ਆ ਕੇ ਪਹਿਲੀ ਵਾਰ ਵੇਖੀਆਂ, ਕਿਉਂਕਿ ਮੇਰੀ ਸੁਸਾਇਟੀ ਇਹ ਨਹੀਂ ਸੀ। ਕੁਝ ਗੱਲਾਂ ਤੁਹਾਡੀਆਂ ਇੱਦਾਂ ਦੀਆਂ ਨੇ, ਜਦੋਂ ਤੁਸੀਂ ਕਿਸੇ ਦੂਸਰੇ ਇਲਾਕੇ ਦੇ ਵਿੱਚ ਜਾਓਗੇ ਤੇ ਤੁਸੀਂ ਹੈਰਾਨ ਰਹਿ ਜਾਓਗੇ ਵੀ ਲੋਕ ਇੱਦਾਂ ਹੀ ਕਰਦੇ ਨੇ। ਉਹਦੇ ਵਿੱਚੋਂ ਕੁਝ ਕਿਰਿਆਵਾਂ ਹੁੰਦੀਆਂ ਨੇ ਵਿਆਹ ਦੇ ਨਾਲ ਸੰਬੰਧਿਤ, ਜਿੱਦਾਂ ਦੀਆਂ ਇੱਥੇ ਵਿਆਹ ਤੇ ਕਿਰਿਆਵਾਂ ਹੁੰਦੀਆਂ ਨੇ। ਥੋੜ੍ਹਾ ਜਿਹਾ ਤੁਸੀਂ ਬੰਗਾਲ ਵਾਲੀ ਸਾਈਡ ਵੱਲ ਚਲੇ ਜਾਓ, ਬਿਲਕੁਲ ਹੀ ਚੇਂਜ ਨੇ ਇਹਦੇ ਤੋਂ। ਵਿਆਹ ਭਾਵੇਂ ਅਗਦ ਵਾਲੇ ਹੁੰਦੇ ਨੇ, ਬਿਲਕੁਲ ਹੀ ਬਦਲ ਜਾਂਦਾ ਇਹਨਾਂ ਤੋਂ। ਸਾਊਥ ਵੱਲ ਚਲੇ ਜਾਓ, ਆਹ ਨਾਰਥ ਨਾਲੋਂ ਕਿੰਨਾ ਫਰਕ ਹੈ। ਔਰ ਤੁਸੀਂ ਪੰਜਾਬ ਚਲੇ ਜਾਓ, ਬਿਲਕੁਲ ਹੀ ਸਾਰੇ ਵਿਆਹ ਵੱਖਰੇ ਹੁੰਦੇ ਨੇ। ਪੰਜਾਬ ਦੇ ਖਿਡਾਰੀ ਦਾ ਵਿਆਹ ਸੀ, ਤੇ ਚੰਗਾ ਭਲਾ ਖਿਡਾਰੀ ਸੀ, ਤੇ ਉਹ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਸੀ। ਉਹਦੇ ਨੂੰ 4 ਫੇਰੇ ਹੋਣੇ ਸੀ ਉਹਦੇ। ਤੇ ਦੁਨੀਆ ਦੇ ਚੰਗੇ ਭਲੇ ਖਿਡਾਰੀ, ਇੰਡੀਆ ਦੇ ਚੰਗੇ ਭਲੇ ਖਿਡਾਰੀ ਉਹਦੇ ਵਿਆਹ ਦੇ ਉੱਤੇ ਗਏ। ਉਹ ਜਦੋਂ ਹੈ ਵੇਖਿਆ ਵੀ ਇਹਦੇ ਤੇ 4 ਹੀ ਫੇਰੇ ਹੋਏ ਤੇ ਫਿਰ ਸਾਡੇ 7 ਫੇਰੇ ਹੁੰਦੇ ਨੇ, ਹੈਰਾਨ ਹੋ ਗਏ ਵੀ ਇਹ ਕੀ ਚੱਕਰ ਚੱਲਦਾ ਪਿਆ। ਬੜੀ ਖਬਰ ਬਣੀ ਵੀ 4 ਫੇਰਿਆਂ ਦੇ ਨਾਲ ਵਿਆਹ ਹੋਇਆ। ਉਹ ਕਲਚਰ ਹੈ ਉਹਨਾਂ ਦਾ ਚੌਵਾਂ ਦੇ ਵਿੱਚ। ਜਿਨ੍ਹਾਂ ਨੇ 7 ਤੋਂ ਪਹਿਲੀ ਵਾਰ 4 ਵੇਖਣੇ ਤਾਂ ਹੈਰਾਨ ਹੋ ਜਾਂਦਾ ਵੀ ਇਹ ਕੀ ਹੋ ਗਿਆ। ਇਸ ਕਰਕੇ ਹਰ ਇੱਕ ਥਾਂ ਦੇ ਉੱਤੇ ਨਾ ਸੁਭਾਅ ਤੇ ਖਿਆਲ ਤੇ ਵਿਚਾਰ ਤੇ ਈਵਨ ਕਿ ਇੱਦਾਂ ਕਹਿ ਲਈਏ ਵੀ ਕਰਮਕਾਂਡ ਬਦਲਦੇ ਰਹਿੰਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਜੋ ਦੁਨੀਆ ਕਰਦੀ ਪਈ ਹੈ ਸਾਰਾ ਕੁਝ ਸੱਚ ਹੀ ਕਰਦੀ ਪਈ ਹੈ ਤੇ ਸਾਰਾ ਕੁਝ ਠੀਕ ਹੀ ਕਰਦੀ ਪਈ ਹੈ। ਉਹਦੇ ਵਿੱਚੋਂ ਇੱਕ ਵਹਿਮ ਹੈ ਜਿਹੜਾ ਸਾਡੇ ਅੰਦਰ ਪਾ ਦਿੱਤਾ ਗਿਆ ਹੈ। ਉਹ ਇਹ ਹੈ ਵੀ ਗਾਂ ਦਾ ਜਿਹੜਾ ਗੋਬਰ ਹੈ ਨਾ, ਉਹ ਬੜਾ ਪਵਿੱਤਰ ਹੈ। ਹੁਣ ਤੇ ਸਾਡੇ ਘਰ ਪੱਕੇ ਹੋ ਗਏ ਨੇ ਤੇ ਲੋਕੀ ਇਹੋ ਜਿਹੀ ਚੀਜ਼ ਆਉਣ ਨਹੀਂ ਦਿੰਦੇ ਘਰ ਦੇ ਵਿੱਚ, ਵੀ ਪੈਰ ਗੰਦੇ ਵੀ ਆ ਜਾਣ ਤੇ ਤਾਂ ਵੀ ਕਹਿੰਦੇ ਵੀ ਜੋੜੇ ਬਾਹਰ ਲਾਓ। ਪਹਿਲਾਂ ਲੋਕੀ ਉਹਨੂੰ ਨਾ, ਤੁਸੀਂ ਵੇਖੋ ਘਰ ਦੇ ਵਿੱਚ ਬੜਾ ਪਵਿੱਤਰ ਉਹਨੂੰ ਮੰਨਿਆ ਜਾਂਦਾ ਸੀ। ਤੁਸੀਂ ਸ਼ਾਇਦ ਕਿਤੇ ਵੇਖਿਆ ਹੋਵੇਗਾ, ਆਪਾਂ ਕੱਲ ਵੀ ਪੜ੍ਹਿਆ ਸੀ ਵੀ ਚੌਕਾ ਬਣਾ ਲੈਣਾ, ਮਤਲਬ ਚੌਕ ਬਣਾ ਲੈਣਾ। ਵੈਸੇ ਚੌਂਕਾ ਇੱਕ ਉਹ ਵੀ ਹੁੰਦਾ ਹੈ ਵੀ ਜਿੱਥੇ ਘਰ ਦਾ ਚੁੱਲ੍ਹਾ ਹੋਵੇ ਤਾਂ ਉਹਦੇ ਆਲੇ ਦੁਆਲੇ ਇੱਕ ਛੋਟੀ ਜਿਹੀ ਦੀਵਾਰ ਕਰ ਦਿੱਤੀ ਜਾਂਦੀ ਹੈ ਵੀ ਹਵਾ ਜਿਹੜੀ ਹੈ ਉਹ ਨਾ ਆਵੇ। ਉਹ ਇਸ ਤਰੀਕੇ ਉਹਨੂੰ ਚੌਂਕਾ ਕਿਹਾ ਜਾਂਦਾ। ਵੈਸੇ ਚੌਕਾ ਹੁੰਦਾ ਵੀ ਚੌਕੜ, 4 ਆਕਾਰਾਂ ਵਾਲਾ, ਚਾਰ ਜਿੰਨੀਆਂ ਜਿਹੜੀ ਲਗਭਗ ਕੰਧਾਂ ਹੁੰਦੀਆਂ ਨੇ। ਪਰ ਆਪਾਂ ਜਦੋਂ ਵੇਖਦੇ ਹਾਂ 8 ਵਾਲੇ ਵੀ ਹੈ ਨੇ, ਖੁੱਲੇ ਵੀ ਹੈ ਨੇ, ਇਹਦੇ ਤੋਂ ਵੀ 2 ਵਾਲੇ ਵੀ ਮੈਂ ਵੇਖੇ ਨੇ। ਉਹ ਗੱਲਾਂ ਬਾਅਦ ਦੀਆਂ ਨੇ। ਉਹਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਜਿਹੜੀ ਥਾਂ ਦੇ ਉੱਤੇ ਕੋਈ ਰਸਮ ਨਿਭਾਉਣੀ ਹੈ, ਮੰਨ ਲਓ ਆ ਥੋੜ੍ਹੇ ਦਿਨਾਂ ਬਾਅਦ ਲੋਹੜੀ ਹੀ ਆਉਣੀ ਹੈ, ਉਹਦੇ ਤੋਂ ਪਹਿਲਾਂ ਜਿਹੜੀ ਥਾਂ ਦੇ ਉੱਤੇ ਲੋਕਾਂ ਨੇ ਪਾਥੀਆਂ ਰੱਖਣੀਆਂ ਨੇ ਨਾ, ਉਹਦੇ ਥਾਂ ਤੇ ਵੀ ਪਹਿਲਾਂ ਗੋਬਰ ਦਾ ਜਿਹੜਾ ਉਹ ਪੋਚਾ ਫੇਰਿਆ ਜਾਂਦਾ। ਔਰ ਗਾਂ ਨੂੰ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ, ਇਸ ਕਰਕੇ ਗਾਂ ਦਾ ਪੋਚਾ ਮਾਰ ਲੈਣਾ। ਜਿੱਥੇ ਵਿਆਹ ਵਾਲੇ ਬੱਚੇ ਨੇ ਬੈਠਣਾ ਹੋਵੇ ਕੱਚੀਆਂ ਥਾਵਾਂ ਦੇ ਉੱਤੇ, ਖਾਸ ਕਰਕੇ ਇੱਥੇ ਤੇ ਚਲੋ ਇਹ ਰਸਮਾਂ ਘਟ ਗਈਆਂ ਨੇ, ਉਹਨੂੰ ਕੀ ਕੀਤਾ ਜਾਂਦਾ ਵੀ ਪਹਿਲਾਂ ਉਹਨੂੰ ਗੋਬਰ ਦੇ ਨਾਲ ਲਿਪਿਆ ਜਾਂਦਾ ਉਸ ਥਾਂ ਨੂੰ। ਫਿਰ ਉਹਦੇ ਉੱਤੇ ਬੱਚੀ ਜਾਂ ਬੱਚੇ ਨੂੰ ਬਿਠਾਇਆ ਜਾਂਦਾ ਹੈ ਫੱਟੀ ਰੱਖ ਕੇ, ਜਿੱਥੇ ਉਹ, ਕਿਉਂਕਿ ਉਸ ਥਾਂ ਨੂੰ ਸਮਝ ਲਿਆ ਜਾਂਦਾ ਵੀ ਗੋਬਰ ਫਿਰ ਗਿਆ ਤੇ ਪਵਿੱਤਰ ਹੋ ਗਿਆ ਇਹ ਥਾਂ। ਔਰ ਦੂਸਰਾ ਪਾਸਾ, ਇੱਕ ਹਿੰਦੂ ਮਤ ਦੇ ਵਿੱਚ ਖਾਸ ਕਰਕੇ ਇਹ ਗੱਲ ਹੈ ਵੀ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਨਾ, ਉਹਨੂੰ ਵੈਤਰਣੀ ਨਦੀ ਪਾਰ ਕਰਨੀ ਪੈਂਦੀ ਹੈ। ਜਿਹੜਾ ਚੜ੍ਹਾਈ ਹੀ ਕਰ ਗਿਆ ਉਹਦੇ ਬਾਰੇ ਕੀ ਪਤਾ। ਮਹਾਰਾਜ ਕਹਿੰਦੇ ਨਾਨਕ ਏਵ ਨਾ ਜਾਪਈ ਜੀ ਕਿੱਥੇ ਜਾਏ ਸਮਾਂ ਹੈ। ਕਿਸੇ ਨੂੰ ਨਹੀਂ ਪਤਾ ਵੀ ਕੌਣ ਕਿੱਥੇ ਚਲਾ ਗਿਆ, ਕੋਈ ਨਹੀਂ ਦਾਅਵੇ ਕਰ ਸਕਦਾ ਇਹਦੇ ਬਾਰੇ। ਪਰ ਇੱਕ ਖਿਆਲ ਸੀ ਵੀ ਮਰਨ ਤੋਂ ਬਾਅਦ ਵੈਤਰਣੀ ਨਦੀ ਪਾਰ ਕਰਨੀ ਪੈਂਦੀ ਹੈ। ਤੇ ਜਿਹੜਾ ਬੰਦਾ, ਉਹ ਜਿਹੜੀ ਪਾਰ ਹੁੰਦੀ ਹੈ ਨਾ, ਉਹ ਇੱਦਾਂ ਕਹਿ ਲਈਏ ਵੀ ਗਾਂ ਦੀ ਪੂਛ ਫੜ ਕੇ ਪਾਰ ਹੁੰਦੀ ਹੈ। ਪਰ ਜਿਹੜਾ ਬੰਦਾ ਜਿਉਂਦੇ ਜੀ ਗਾਂ ਦਾਨ ਕਰਕੇ ਗਿਆ ਹੈ, ਗਊ ਦਾਨ ਕਰਕੇ ਗਿਆ ਹੈ, ਉਹਨੂੰ ਉਹ ਨਦੀ ਪਾਰ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਇਹ ਖਿਆਲ ਸੀ ਲੋਕਾਂ ਦੇ ਵਿੱਚ। ਇਸ ਕਰਕੇ ਤੁਸੀਂ ਵੇਖ ਲੈਣਾ, ਪੁਰਾਣੇ ਦਾਨਾਂ ਦੇ ਵਿੱਚ ਇੱਕ ਦਾਨ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ, ਜਿਹਨੂੰ ਗਊ ਦਾਨ ਕਿਹਾ ਜਾਂਦਾ ਸੀ। ਭੂਮ ਦਾਨ ਗਊਆ ਘਣੀ ਧੀ ਅੰਤਰ ਗਰਭ ਗੁਮਾਨ, ਮਹਾਰਾਜ ਦੀ ਬਾਣੀ ਦਾ ਬਚਨ ਹੈ। ਗਊਆਂ ਦਾ ਦਾਨ ਕਰਨਾ। ਰਾਜੇ ਮਹਾਰਾਜੇ, ਕਿਉਂਕਿ ਪੰਡਿਤ ਇਹਨੂੰ ਦਕਸ਼ਣਾ ਦੇ ਵਿੱਚ ਲੈਂਦਾ ਹੁੰਦਾ ਸੀ। ਗਊ ਜਿਹੜੀ ਸੀ ਉਹ ਪਵਿੱਤਰ ਤੇ ਮੰਨੀ ਜਾਂਦੀ ਸੀ, ਪਰ ਪੰਡਿਤ ਉਹਨੂੰ ਦਕਸ਼ਣਾ ਦੇ ਵਿੱਚ ਲੈਂਦਾ ਸੀ। ਹੁਣ ਪੰਡਿਤ ਜਿਹੜਾ ਸੀ
ਉਹਦੀ ਆਪਣੀ ਜ਼ਮੀਨ ਤੇ ਹੈ ਨਹੀਂ ਸੀ। ਪੰਡਿਤ ਦਾ ਕੰਮ ਹੀ ਦਕਸ਼ਣਾ ਦੇ ਉੱਤੇ ਰਹਿਣਾ ਸੀ, ਉਹਦੀ ਆਪਣੀ ਜ਼ਮੀਨ ਨਹੀਂ ਸੀ। ਜ਼ਮੀਨ ਕਿਹਨਾਂ ਕੋਲ ਹੁੰਦੀ ਸੀ? ਜ਼ਮੀਨ ਖੱਤਰੀਆਂ ਦੇ ਕੋਲ ਹੁੰਦੀ ਸੀ। ਰਾਜੇ ਜਿਹੜੇ ਸੀ ਖੱਤਰੀ ਹੁੰਦੇ ਸੀ। ਹੁਣ ਉਹਨਾਂ ਨੇ ਆਪਣੇ ਬੱਚੇ ਵਿਆਹੁਣੇ ਨੇ, ਤੇ ਬੱਚੇ ਵਿਆਹ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਪਿੰਡਾਂ ਦੇ ਪਿੰਡ ਜਗੀਰ ਦੇ ਵਿੱਚ ਦੇ ਦਿੱਤੀ ਵੀ ਆਹ ਬੱਚੇ ਨੂੰ ਮੈਂ ਆਪਣੇ ਬੱਚੇ ਦੇ ਵਿਆਹ ਦੇ ਉੱਤੇ, ਬੱਚੀ ਦੇ ਵਿਆਹ ਦੇ ਉੱਤੇ ਆਹ ਜ਼ਮੀਨ ਮੈਂ ਆਪਣੇ ਬੱਚੇ ਨੂੰ ਦੇ ਦਿੱਤੀ। ਸਮਝ ਗਏ ਇਸ ਗੱਲ ਨੂੰ ਕਿ ਬ੍ਰਾਹਮਣ ਦੇ ਕੋਲ ਗਊਆਂ ਸੀ ਪਰ ਜ਼ਮੀਨ ਨਹੀਂ ਸੀ। ਜ਼ਮੀਨ ਖੱਤਰੀਆਂ ਦੇ ਕੋਲ ਸੀ। ਹੁਣ ਖੱਤਰੀ ਜਿਹੜੇ ਨੇ ਰਾਜੇ ਨੇ। ਹੁਣ ਰਾਜੇ ਜਿਹੜੇ ਨੇ ਉਹਦੀ ਜ਼ਮੀਨ ਨੂੰ ਵਰਤਣਾ ਹੈ ਤੇ ਜ਼ਮੀਨ ਨੂੰ ਵਰਤਣ ਦਾ ਟੈਕਸ ਦੇਣਾ ਪੈਂਦਾ ਹੈ। ਗਾਂ ਭੁੱਖੀ ਤੇ ਮਾਰ ਨਹੀਂ ਲਵੇਗਾ ਨਾ ਪੰਡਿਤ, ਭੁੱਖੀ ਤੇ ਰੱਖੇਗਾ ਨਹੀਂ। ਇਕੱਲੇ ਪੰਡਿਤ ਦੇ ਕੋਲ ਨਹੀਂ, ਬਾਕੀਆਂ ਦੇ ਕੋਲ ਵੀ ਹੁੰਦੀਆਂ ਸੀ, ਪਰ ਉਹਨੇ ਕਿਉਂਕਿ ਦਾਨ ਦੇ ਵਿੱਚ ਲਈ ਹੁੰਦੀ ਸੀ ਉਹ ਗਊ। ਹੁਣ ਹਰ ਇੱਕ ਬੰਦੇ ਨੂੰ ਕਹਿ ਦੇਣਾ ਵੀ ਭਾਈ ਤੁਸੀਂ ਪਾਰ ਹੀ ਤਾਂ ਹੋਣਾ ਹੈ ਜੇ ਤੁਸੀਂ ਗਊ ਦਾਨ ਕਰੋਗੇ। ਤਾਂ ਸੁਭਾਵਿਕ ਜੀ ਗੱਲ ਹੈ ਵੀ ਜੇ 50 ਫੈਮਿਲੀਜ਼ ਨੇ ਤੇ 50 ਨੇ ਜੇ ਇੱਕ ਇੱਕ ਵੀ ਦਾਨ ਕੀਤੀ ਹੈ ਤੇ 50 ਗਾਵਾਂ ਤੇ ਉਹਦੇ ਕੋਲ ਉਦਾਂ ਹੀ ਹੋ ਗਈਆਂ। ਹੁਣ ਉਹਨੂੰ ਇਹ ਗੱਲ ਕਹਿ ਦਿੱਤੀ, ਜ਼ਮੀਨ ਉਹਦੇ ਕੋਲ ਨਹੀਂ, ਇਹਦਾ ਮਤਲਬ ਹੈ ਉਹਨੂੰ ਗਊ ਚਾਰਨੀ ਪੈਣੀ ਹੈ, ਉਹਨੂੰ ਚਾਰਾ ਤੇ ਕਿਤੇ ਉਹ ਦੇਣਾ ਪੈਣਾ। ਹੁਣ ਜਿੱਥੇ ਚਾਰਨ ਦੇ ਲਈ ਉਹ ਜਾਂਦਾ ਹੁੰਦਾ ਸੀ ਉਹ ਜ਼ਮੀਨ ਖੱਤਰੀ ਦੀ ਹੁੰਦੀ ਸੀ। ਹੈਰਾਨੀ ਦੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਕਹਿੰਦੇ ਨੇ ਵੀ ਜਦੋਂ ਤੂੰ ਉਹਦੀ ਜ਼ਮੀਨ ਦੇ ਉੱਤੇ ਗਊ ਲੈ ਕੇ ਜਾਂਦਾ ਹੈ ਤੇ ਉਹ ਤੇਰੇ ਕੋਲੋਂ ਟੈਕਸ ਲੈਂਦਾ। ਤੁਹਾਡੇ ਘਰ ਦੇ ਵਿੱਚ ਦੁਕਾਨ ਜਿਹੜੀ ਹੈ, ਕੋਈ ਥਾਂ ਹੋਵੇ ਆਪਣਾ, ਤੇ ਕੋਈ ਕਵੇ ਵੀ ਮੈਂ ਇਹ ਵਰਤਣੀ ਹੈ, ਆਪਾਂ ਕੀ ਕਹਿੰਦੇ ਵੀ ਇਹਦਾ ਕਿਰਾਇਆ ਦੇ ਸਾਨੂੰ। ਆਪਾਂ ਲੀਜ਼ ਦੇ ਉੱਤੇ ਜ਼ਮੀਨਾਂ ਲੈ ਲੈਂਦੇ ਹਾਂ, ਠੇਕੇ ਤੇ ਜ਼ਮੀਨਾਂ ਲੈਂਦੇ ਹਾਂ। ਕਿਉਂ ਲੈਂਦੇ ਹਾਂ? ਵੀ ਜ਼ਮੀਨ ਭਾਵੇਂ ਤੇਰੀ ਹੈ ਪਰ ਜੇ ਮੈਂ ਵਰਤਣੀ ਹੈ ਤਾਂ ਉਹਦੇ ਬਦਲੇ ਦੇ ਵਿੱਚ ਮੈਨੂੰ ਕੁਝ ਪੈਸੇ ਦੇਣੇ ਪੈਣਗੇ। ਹੁਣ ਉੱਥੇ ਗੱਲ ਸੀ ਵੀ ਪੰਡਿਤ ਜੀ ਗਊ ਭਾਵੇਂ ਤੁਹਾਡੀ ਹੈ ਪਰ ਤੁਸੀਂ ਚਰਾ ਇਹਨੂੰ ਮੇਰੀ ਜ਼ਮੀਨ ਦੇ ਵਿੱਚ ਰਹੇ ਜੇ, ਇਸ ਕਰਕੇ ਜੋ ਚਾਰਾ ਤੁਸੀਂ ਚਰਾਉਣਾ ਹੈ ਉਹਦੇ ਤੁਹਾਨੂੰ ਪੈਸੇ ਦੇਣੇ ਪੈਣਗੇ। ਉਹ ਹੁੰਦਾ ਸੀ ਟੈਕਸ, ਕਰ ਲੱਗਣਾ। ਕਰ ਗੁਰਬਾਣੀ ਦੇ ਵਿੱਚ ਹੱਥ ਲਈ ਵੀ ਆਇਆ ਹੈ। ਕਰ ਗੁਰਬਾਣੀ ਦੇ ਵਿੱਚ ਜਿਹੜਾ ਹੈ ਉਹ ਕਰਨ ਦੇ ਲਈ ਵੀ ਆਇਆ ਵੀ ਤੂੰ ਆਹ ਕੰਮ ਕਰ, ਪਰ ਇੱਥੇ ਜਿਹੜਾ ਕਰ ਲਫ਼ਜ਼ ਹੈ ਇਹ ਟੈਕਸ ਲਈ ਆਇਆ ਹੈ। ਹੁਣ ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਕਹਿੰਦੇ ਵੀ ਹੈਰਾਨੀ ਦੀ ਗੱਲ ਵੇਖੋ, ਫਿਰ ਇੱਥੋਂ ਇਹ ਤੇ ਚਲੋ ਹਿੰਦੂਆਂ ਦੀ ਗੱਲ ਹੈ, ਮੁਸਲਮਾਨਾਂ ਦੇ ਵਿੱਚ ਉਹਨੂੰ ਕਿਤੇ ਨਦੀ ਤੋਂ ਪਾਰ ਕਰਾਉਣਾ ਪੈਂਦਾ ਸੀ ਗਾਂ ਨੂੰ, ਵੀ ਮੰਨ ਲਓ ਕਿਤੇ ਲੋੜ ਪੈ ਗਈ ਆ, ਉਹਨੂੰ ਵੇਚਣਾ ਹੈ ਜਾਂ ਕਿਤੇ ਲੈ ਕੇ ਜਾਣਾ ਤੇ ਨਦੀ ਪਾਰ ਕਰਾਉਣੀ ਹੈ, ਤੇ ਜਿਹੜੇ ਟੋਲ ਲੱਗੇ ਹੁੰਦੇ ਸੀ ਦਰਿਆਵਾਂ ਦੇ ਕਿਨਾਰਿਆਂ ਤੇ ਲੱਗੇ ਹੁੰਦੇ ਸੀ। ਗਾਂ ਨੂੰ ਨਦੀ ਪਾਰ ਕਰਾਉਣ ਲੱਗਿਆਂ ਵੀ ਟੈਕਸ ਦੇਣਾ ਪੈਂਦਾ ਹੁੰਦਾ ਸੀ ਜਦੋਂ ਮੁਸਲਿਮ ਹਾਕਮ ਆ ਗਏ ਇਸ ਦੇਸ਼ ਦੇ ਵਿੱਚ। ਬਾਕੀ ਇੱਕ ਜਜ਼ੀਆ ਟੈਕਸ ਹੁੰਦਾ ਸੀ। ਇਹ ਮੈਂ ਇਸ ਕਰਕੇ ਕਹਿ ਰਿਹਾ ਵੀ ਇਹਨਾਂ ਗੱਲਾਂ ਦੇ ਵਿੱਚੋਂ ਸਾਰੀਆਂ ਗੱਲਾਂ ਨਿਕਲਣੀਆਂ ਨੇ। ਜਜ਼ੀਆ ਇਦਾਂ ਦਾ ਟੈਕਸ ਸੀ ਜਿਹੜਾ ਨੌਨ ਮੁਸਲਿਮਸ ਨੂੰ ਪੇ ਕਰਨਾ ਪੈਂਦਾ ਸੀ, ਕਿਉਂਕਿ ਜਦੋਂ ਹਾਕਮ ਮੁਸਲਿਮ ਨੇ ਤੇ ਨੌਨ ਮੁਸਲਿਮ ਨੂੰ ਉਹ ਪੇ ਕਰਨਾ ਪੈਂਦਾ ਸੀ। ਆਪਣੇ ਜਿਹੜੇ ਸਾਲ ਦੇ ਧਾਰਮਿਕ ਕਰਮ ਕਰਨੇ ਨੇ, ਮੰਨ ਲਓ ਕੋਈ ਪੂਜਾ ਕਰਾਉਣੀ ਹੈ, ਕੋਈ ਹੋਰ ਕਰਮ ਕਰਨੇ ਨੇ, ਤੇ ਉਹਨਾਂ ਨੂੰ ਪੇ ਕਰਨਾ ਪੈਂਦਾ ਸੀ, ਫਿਰ ਉਹਨਾਂ ਨੂੰ ਉਹ ਕਰਨ ਦੀ ਆਗਿਆ ਮਿਲਦੀ ਹੁੰਦੀ ਸੀ। ਹਿੰਦੁਸਤਾਨ ਦੇ ਵਿੱਚ ਕੁਤਬਦੀਨ ਐਬਕ ਦੇ ਵੱਲੋਂ ਇਹ ਸਟਾਰਟ ਕੀਤਾ ਗਿਆ। ਅਕਬਰ ਦਾ ਟਾਈਮ ਆਇਆ, ਉਹਨੇ ਇਹਨੂੰ ਬੰਦ ਕਰ ਦਿੱਤਾ, ਪਰ ਫਿਰ ਔਰੰਗਜ਼ੇਬ ਦੇ ਵੱਲੋਂ ਦੁਬਾਰਾ ਇਹਨੂੰ ਸਟਾਰਟ ਕਰ ਦਿੱਤਾ ਗਿਆ। ਇਹਦੀ ਇੱਕ ਹਿਸਾਬ ਦੀ ਹਿਸਟਰੀ ਹੈ ਇਸ ਜਜ਼ੀਆ ਦੀ। ਇਸ ਪਾਸੇ ਤੋਂ ਇਹ ਕਰ ਲੱਗਦਾ ਹੁੰਦਾ ਸੀ ਨੌਨ ਮੁਸਲਿਮ ਦੇ ਉੱਤੇ। ਹੁਣ ਗਾਂ ਜਿਹੜੀ ਹੈ ਉਹ ਪਵਿੱਤਰ ਹੈ, ਪਰ ਜਦੋਂ ਉਹਨੂੰ ਨਦੀ ਪਾਰ ਕਰਾਉਣੀ ਹੈ ਤੇ ਉਹਨੂੰ ਪੈਸੇ ਦੇਣੇ ਪੈਂਦੇ ਨੇ। ਮਹਾਰਾਜ ਜੀ ਨੇ ਉਹ ਗੱਲ ਕੀਤੀ ਹੈ ਵੀ ਪੰਡਿਤ ਜੀ ਮੈਨੂੰ ਇਹ ਦੱਸੋ, ਤੁਸੀਂ ਲੋਕਾਂ ਨੂੰ ਇਹ ਕਹਿੰਦੇ ਜੇ ਵੀ ਗਾਂ ਦਾ ਗੋਬਰ ਘਰ ਦੇ ਵਿੱਚ ਜਦੋਂ ਤੁਸੀਂ ਫੇਰਦੇ ਜੇ ਤੇ ਇਹਦੇ ਉੱਤੇ ਕਰਮ ਕਾਂਡ ਕਰਦੇ ਜੇ, ਤੇ ਇਹ ਕੀ ਹੈ ਵੀ ਗਾਂ ਦਾ ਗੋਬਰ ਬੜਾ ਪਵਿੱਤਰ ਹੈ, ਬੜਾ ਪਵਿੱਤਰ ਹੈ। ਦੇਖੋ ਸਤਿਕਾਰਯੋਗ ਹੈ ਸਾਡੇ ਲਈ, ਅਸੀਂ ਘਰਾਂ ਦੇ ਵਿੱਚ ਰੱਖੀਆਂ ਹੋਈਆਂ ਨੇ, ਸਾਨੂੰ ਪਤਾ ਵੀ ਕਿੱਦਾਂ ਰੱਖੀਆਂ ਜਾਂਦੀਆਂ ਨੇ। ਮੈਂ ਵਾਰ-ਵਾਰ ਕਹਿੰਦਾ ਹੁੰਦਾ ਦੋਵਾਂ ਬਰੈਡਾਂ ਨਾਲ ਗਾਂ ਨਹੀਂ ਜੇ ਰੱਜਦੀ ਹੁੰਦੀ, ਇਹ ਸਾਨੂੰ ਵੀ ਪਤਾ। ਉਹ ਘੱਟੋ ਘੱਟ ਬਹੁਤਾ ਨਹੀਂ ਤੇ ਉਹਨੂੰ 35-40 ਕਿਲੋ ਚਾਰਾ ਚਾਹੀਦਾ ਹੈ। 35-40 ਕਿਲੋ ਚਾਰਾ ਤੇ ਕਿੱਥੇ ਬਰੈਡਾਂ ਦਾ ਪੈਕਟ ਦੇ ਕੇ ਕਦੀ ਗਾਵਾਂ ਵੀ ਬਰੈਡਾਂ ਨਾਲ ਰੱਜਦੀਆਂ ਪਈਆਂ ਨੇ, ਜਿੱਦਾਂ ਦੇ ਸ਼ਹਿਰਾਂ ਦੇ ਹਾਲ ਕਰਤੇ ਨੇ ਲੋਕਾਂ ਨੇ। ਪਰ ਦਿੱਕਤ ਹੈ ਵੀ ਅਸੀਂ ਸੁਣੀਏ ਵੀ ਕਿਉਂ ਇਸ ਚੀਜ਼ ਦੇ ਬਾਰੇ। ਤੇ ਉਹਦੇ ਵਿੱਚ ਕੀ ਹੈ, ਮਹਾਰਾਜ ਕਹਿੰਦੇ ਵੀ ਪੰਡਿਤ ਜੀ ਮੈਨੂੰ ਇਹ ਦੱਸੋ ਵੀ ਤੁਸੀਂ ਕਹਿੰਦੇ ਜੇ ਵੀ ਇਹਦਾ ਗੋਬਰ ਫੇਰਿਆ ਪਵਿੱਤਰਤਾ ਆ ਜਾਂਦੀ ਹੈ, ਜਾਂ ਇਹਨੂੰ ਦਾਨ ਕੀਤਿਆਂ ਬੰਦਾ ਨਦੀ ਪਾਰ ਕਰ ਜਾਂਦਾ। ਕਹਿੰਦੇ ਹੈਰਾਨੀ ਦੀ ਗੱਲ ਵੀ ਜਦੋਂ ਇਸ ਗਾਂ ਨੂੰ ਨਦੀ ਪਾਰ ਕਰਾਉਣੀ ਹੋਵੇ ਤੇ ਪੈਸੇ ਦੇਣੇ ਪੈਂਦੇ, ਜਦੋਂ ਇਹਨੂੰ ਨਦੀ ਪਾਰ ਕਰਾਉਣੀ ਹੈ ਤੇ ਫਿਰ ਟੈਕਸ ਦੇਣਾ ਪੈ ਰਿਹਾ ਹੈ। ਪਰ ਇਸ ਗਾਂ ਦੀ ਪੂਛ ਫੜ ਕੇ ਤੁਸੀਂ ਕਹਿੰਦੇ ਜੇ ਵੀ ਬੰਦਾ ਵੈਤਰਣੀ ਨਦੀ ਪਾਰ ਕਰ ਜਾਂਦਾ, ਇਹ ਤਾਂ ਸਰਾਸਰ ਝੂਠ ਹੋ ਗਿਆ। ਦੂਸਰੇ ਨੰਬਰ ਦੇ ਉੱਤੇ ਜਿਹੜੀ ਗਾਂ ਨੂੰ ਆਪ ਖਾਣ ਦੇ ਲਈ ਟੈਕਸ ਦੇਣਾ ਪੈ ਰਿਹਾ ਹੈ, ਉਸ ਗਾਂ ਦਾ ਗੋਬਰ ਕਿੰਨਾ ਕਿਸੇ ਨੂੰ ਪਾਰ ਕਰ ਦੇਵੇਗਾ। ਕਹਿਣ ਦਾ ਮਤਲਬ ਸਿਰਫ ਇਹੀ ਹੈ ਗੁਰੂ ਸਾਹਿਬ ਦਾ ਵੀ ਭਾਈ ਐਵੇਂ ਨਾ ਕਿਤੇ ਇਸ ਵਹਿਮ ਦੇ ਵਿੱਚ ਫਿਰ ਜਿਓ
ਵੀ ਗੋਬਰ ਦਾ ਪੋਚਾ ਲਾਤਾ ਘਰ ਦੇ ਵਿੱਚ ਤੇ ਘਰ ਜਿਹੜਾ ਪਵਿੱਤਰ ਹੋ ਗਿਆ ਜਾਂ ਬੜਾ ਗਾਂਹ ਨਿਕਲ ਗਿਆ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅੱਜ ਕੱਲ੍ਹ ਤਾਂ ਤੁਸੀਂ ਵੇਖੋ ਨਾ, ਅਸੀਂ ਨਿਕਲ ਆਏ ਅੱਗੇ, ਹੁਣ ਸਾਡੇ ਘਰ ਪੱਥਰ ਆ ਗਏ, ਕੈਮੀਕਲ ਕਿੱਡੇ ਕਮਾਲ ਦਾ ਆ ਗਿਆ। ਕੋਈ ਇਦਾਂ ਦੇ ਕੰਮ ਕਰੇ ਤਾਂ ਅਸੀਂ ਭਲਾ ਨੂੰ ਕੀ ਕਹਾਂਗੇ ਵੀ ਤੂੰ ਚੰਗਾ ਭਲਾ ਸਿਆਣਾ ਹੋ ਕੇ ਕਿਹੜੇ ਕੰਮ ਕਰੀ ਜਾਂਦਾ। ਬਚ ਗਏ ਨਾ ਅਸੀਂ ਇਸ ਚੀਜ਼ 'ਚ, ਟਾਈਮ ਨਿਕਲ ਗਿਆ। ਹਜ਼ੂਰ ਕਹਿੰਦੇ ਗਊ ਬ੍ਰਾਹਮਣ ਕਉ ਕਰ ਲਾਵੋ। ਬ੍ਰਾਹਮਣ ਜਿਹੜਾ ਹੈ ਉਹਦੇ ਲਈ ਜਦੋਂ ਗਾਂ ਨੂੰ ਟੈਕਸ ਲੱਗਦਾ ਹੈ, ਮਤਲਬ ਗਊ ਨੂੰ ਪਾਰ ਕਰਾਉਣ ਦੇ ਲਈ ਟੈਕਸ ਲੱਗਦਾ ਪਿਆ ਹੈ, ਚਾਹੇ ਨਦੀ ਪਾਰ ਕਰਾਉਣੀ ਹੋਵੇ ਚਾਹੇ ਉਹਨੂੰ ਖਵਾਉਣਾ ਹੋਵੇ। ਤੇ ਹੈਰਾਨੀ ਦੀ ਗੱਲ ਹੈ, ਮਹਾਰਾਜ ਕਹਿੰਦੇ ਜਿਹੜੀ ਗਾਂ ਨੂੰ ਟੈਕਸ ਲੱਗਦਾ ਹੈ ਉਹਦਾ ਗੋਬਰ ਕਿਸੇ ਨੂੰ ਕੀ ਪਾਰ ਕਰਾ ਸਕਦਾ ਹੈ? ਗੋਬਰ ਤਰਣ ਨਾ ਜਾਈ, ਗੋਬਰ ਤਰਣ ਨਾ ਜਾਈ। ਹਜ਼ੂਰ ਕਹਿੰਦੇ ਨੇ ਫਿਰ ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾਂ ਖਾਈ। ਵੀ ਭਾਈ ਇੱਕ ਤੇ ਚੀਜ਼ ਵੇਖੋ ਵੀ ਤੁਸੀਂ ਧੋਤੀ ਵੀ ਬੜੀ ਸੋਹਣੀ ਬੰਨ੍ਹ ਲੈਂਦੇ ਜੇ, ਪੰਡਿਤ ਦੀ ਗੱਲ, ਟਿੱਕਾ ਵੀ ਬੜਾ ਸੋਹਣਾ ਲਾ ਲੈਂਦੇ ਜੇ, ਮਾਲਾ ਵੀ ਗਲ ਦੇ ਵਿੱਚ ਪਾ ਲੈਂਦੇ ਜੇ, ਪਰ ਜਿਹੜੀ ਤੁਹਾਡੀ ਖਾਣ ਪੀਣ ਹੈ, ਤੁਹਾਡਾ ਜੋ ਤੁਸੀਂ ਖਾਂਦੇ ਪੀਂਦੇ ਹੋ, ਮਹਾਰਾਜ ਕਹਿੰਦੇ ਉਹ ਤੁਸੀਂ ਮਲੇਸ਼ਾਂ ਦਾ ਹੀ ਖਾਂਦੇ ਜੇ। ਮਲੇਸ਼ ਸ਼ਬਦ ਵੈਸੇ ਜਿਹੜਾ ਹੈ ਨਾ, ਇਹ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਨੂੰ ਦਿੱਤਾ ਹੋਇਆ ਸੀ। ਉਹ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਕਾਫਰ ਨੇ। ਮੁਸਲਿਮ ਜਿਹੜੇ ਨੇ ਨਾ, ਉਹ ਨੌਨ ਮੁਸਲਿਮਸ ਨੂੰ ਕਾਫਿਰ ਕਹਿੰਦੇ ਨੇ, ਪਰ ਜਿਹੜੇ ਇੱਧਰ ਦੇ ਲੋਕ ਸੀ ਉਹਨਾਂ ਨੇ ਮੁਸਲਮਾਨਾਂ ਨੂੰ ਕਹਿੰਦੇ ਹੁੰਦੇ ਸੀ ਤੇ ਮਲੇਸ਼ ਆਏ ਨੇ। ਬਹੁਤਾ ਵਧੀਆ ਨਹੀਂ ਸੀ ਮੰਨਦੇ ਹੁੰਦੇ। ਹਾਲ ਅੱਜ ਵੀ ਕੋਈ ਬਹੁਤੇ ਵਧੀਆ ਨਹੀਂ ਨੇ ਸਾਡੇ, ਐਵੇਂ ਗੱਲਾਂ ਬਾਤਾਂ ਕਿਤੇ ਕਿਤੇ ਸਹੀ ਆ ਜਾਂਦੀਆਂ ਨੇ, ਬਾਕੀ ਉਹੀ ਚੱਲਦਾ ਪਿਆ। ਹੁਣ ਉੱਥੇ ਕੀ ਹੈ, ਮਹਾਰਾਜ ਕਹਿੰਦੇ ਵੀ ਇੱਕ ਪਾਸੇ ਤੋਂ ਤੁਸੀਂ ਕਹਿੰਦੇ ਜੇ ਵੀ ਚੰਗੇ ਨਹੀਂ ਨੇ, ਬੰਦੇ ਬੁਰੇ ਨੇ, ਦੂਜੇ ਪਾਸੇ ਤੁਸੀਂ ਰੋਟੀ ਵੀ ਉਹਨਾਂ ਦੇ ਘਰਾਂ ਚੋਂ ਖਾ ਲੈਂਦੇ ਜੇ ਜਾ ਕੇ। ਜਿਹੜੇ ਤੁਹਾਨੂੰ ਸਹੀ ਨਹੀਂ ਲੱਗਦੇ, ਵੀ ਤੁਹਾਡਾ ਧਰਮ ਉਹਨਾਂ ਦੇ ਨਾਲ ਨਹੀਂ ਮਿਲਦਾ, ਤੁਹਾਡੀ ਗੱਲਬਾਤ ਉਹਨਾਂ ਦੇ ਨਾਲ ਨਹੀਂ ਚੱਲਦੀ, ਤੁਸੀਂ ਉਹਨਾਂ ਨੂੰ ਹਰ ਥਾਂ ਤੇ ਬੁਰਾ ਵੀ ਕਹਿੰਦੇ ਜੇ ਵੀ ਇਹ ਕਿੱਦਾਂ ਦੇ ਲੋਕ ਨੇ, ਇਹਨਾਂ ਦੇ ਕਰਮ ਸਾਡੇ ਨਾਲੋਂ ਵੱਖਰੇ, ਪਰ ਦੂਸਰੇ ਪਾਸੇ ਰੋਟੀ ਵੀ ਉਹਨਾਂ ਘਰੋਂ ਜਾ ਕੇ ਖਾ ਲੈਂਦੇ ਜੇ। ਫਿਰ ਇੱਥੇ ਮਤਲਬ ਇਹ ਨਹੀਂ ਵੀ ਗੁਰੂ ਸਾਹਿਬ ਕਹਿੰਦੇ ਵੀ ਕਿਸੇ ਦੇ ਘਰੋਂ ਰੋਟੀ ਨਹੀਂ ਖਾਣੀ ਚਾਹੀਦੀ, ਪਰ ਇੱਥੇ ਮਤਲਬ ਇਹ ਹੈ ਵੀ ਭਾਈ ਕਿਸੇ ਨੂੰ ਬੁਰਾ ਵੀ ਕਹੀ ਜਾਣਾ ਵੀ ਉਹ ਚੰਗੇ ਨਹੀਂ, ਉਹ ਚੰਗੇ ਨਹੀਂ, ਤੇ ਲੋੜ ਪੈਣ ਤੇ ਰੋਟੀ ਵੀ ਉਹਨਾਂ ਘਰੋਂ ਖਾ ਲੈਣੀ। ਇਹ ਦੋਗਲੀ ਨੀਤੀ ਜਿਹੜੀ ਹੈ ਇਹ ਜ਼ਿਆਦਾ ਖਤਰਨਾਕ ਹੈ। ਹਜ਼ੂਰ ਕਹਿੰਦੇ ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾਂ ਖਾਈ। ਮਲੇਸ਼ਾਂ ਦਾ ਧਾਨ ਵੀ ਖਾ ਲਿਆ ਤਾਂ ਉਹਨਾਂ ਨੂੰ ਕਹਿ ਵੀ ਦਿੱਤਾ ਵੀ ਤੁਸੀਂ ਮਲੇਸ਼ ਹੋ, ਪਰ ਸਾਹਮਣੇ ਨਹੀਂ ਕਿਹਾ, ਚੋਰੀ ਚੋਰੀ ਕਿਹਾ। ਕੀ ਹੈ? ਅੰਤਰ ਪੂਜਾ ਪੜ੍ਹੇ ਕਤੇਬਾਂ, ਸੰਜਮ ਤੁਰਕਾ ਪਾਈ। ਉਦੋਂ ਕਿਉਂਕਿ ਸਿੱਧੀ ਜੀ ਗੱਲ ਹੈ, ਜਾਨ ਸਾਰਿਆਂ ਨੂੰ ਪਿਆਰੀ ਹੁੰਦੀ ਹੈ, ਤੇ ਰੱਬ ਦੀ ਪੂਜਾ ਜਿਹੜੀ ਹੈ ਵੈਸੇ ਤੇ ਨਿਡਰ ਬਣਾਉਂਦੀ ਹੈ, ਪਰ ਡਰਪੋਕ ਵੀ ਕਿਸੇ ਵੇਲੇ ਲੋਕ ਬਣ ਜਾਂਦੇ ਜਿਹਨਾਂ ਨੂੰ ਕਿਰਪਾਨਾਂ ਦੱਸੀਆਂ ਹੀ ਨਹੀਂ ਗਈਆਂ ਵੀ ਕਿਰਪਾਨ ਫੜ ਲਈਦੀ ਹੈ। ਅਸੀਂ ਹੁਣ ਗੁਰਦੁਆਰੇ ਬੈਠੇ ਹਾਂ, ਘਰ ਦੇ ਵਿੱਚ ਬੈਠੇ ਹੋਈਏ, ਕੋਈ ਬੰਦਾ ਸਾਨੂੰ ਚੰਗੀ ਤਰ੍ਹਾਂ ਸਾਡੇ ਘਰ 'ਚ ਵੀ ਨਾ ਬੈਠਣ ਦੇਵੇ, ਸਾਡੇ ਗੁਰਦੁਆਰੇ ਵੀ ਸਾਨੂੰ ਚੰਗੀ ਤਰ੍ਹਾਂ ਨਾ ਬੈਠਣ ਦੇਵੇ, ਅੱਕ ਕੇ ਫਿਰ ਅਸੀਂ ਕੀ ਕਰਾਂਗੇ? ਘੱਟੋ ਘੱਟ ਬਾਹਰ ਅਸੀਂ ਕਹਿੰਦੇ ਹਾਂ ਵੀ ਠੀਕ ਹੈ, ਬਾਹਰ ਸਾਡਾ ਸਿਸਟਮ ਹੈ ਵੀ ਜਿੱਦਾਂ ਚੱਲਦਾ ਰਿਹਾ, ਪਰ ਕੋਈ ਸਾਡੇ ਘਰ ਦੇ ਵਿੱਚ ਵੀ ਆ ਕੇ ਸਾਨੂੰ ਤੰਗ ਕਰਨ ਲੱਗ ਪਵੇ ਵੀ ਨਹੀਂ ਤੂੰ ਇਦਾਂ ਹੀ ਖਾ, ਇਦਾਂ ਹੀ ਕਰ, ਜੋ ਤੈਨੂੰ ਮੈਂ ਕਹਿ ਰਿਹਾ। ਕਿਸੇ ਦੀ ਕੀ ਹਿੰਮਤ ਹੈ ਵੀ ਮੇਰੇ ਘਰ ਦੇ ਵਿੱਚ ਆ ਕੇ ਮੈਨੂੰ ਕੁਝ ਕਹਿ ਦੇਵੇ? ਅੰਤ ਦੇ ਵਿੱਚ ਬੰਦਾ ਕੀ ਕਰਦਾ ਹੈ? ਫਿਰ ਹੱਥ ਪਾਉਂਦਾ ਹੈ। ਆਹ ਕਿਰਪਾਨ ਦਾ ਬਸ ਇਹਨਾਂ ਕੀ ਸਿਧਾਂਤ ਹੈ। ਕਿਰਪਾਨ ਉਦੋਂ ਸਾਡੇ ਕੋਲ ਵਰਤੀ ਜਾਂਦੀ ਹੈ ਵੀ ਜਦੋਂ ਸਾਡੀ ਮਰਜ਼ੀ ਦੇ ਧਾਰਮਿਕ ਕਰਮ ਅਸੀਂ ਕਰਨੇ ਨੇ। ਅਸੀਂ ਕਿਸੇ ਨੂੰ ਨਹੀਂ ਕਹਿੰਦੇ ਸਾਡੇ ਧਾਰਮਿਕ ਕਰਮ ਕਰੋ, ਪਰ ਜੇ ਕੋਈ ਸਾਨੂੰ ਕਰਨ ਤੋਂ ਰੋਕਦਾ ਤਾਂ ਫਿਰ ਅਸੀਂ ਕਿਰਪਾਨ ਦੇ ਨਾਲ ਵੀ ਭੁਗਤਾਵਾਂਗੇ। ਬਸ ਇੰਨਾ ਕੁ ਹੈ। ਹੁਣ ਜਿਨ੍ਹਾਂ ਲੋਕਾਂ ਨੂੰ ਇਹ ਕਹਿ ਦਿੱਤਾ ਗਿਆ ਵੀ ਭਾਈ ਕਿਰਪਾਨ ਫੜਨਾ ਬੜਾ ਵੱਡਾ ਪਾਪ ਹੈ, ਉਹ ਜਦੋਂ ਕਿਤੇ ਮਾਲਾ ਲੈ ਕੇ ਵੀ ਬਹਿੰਦੇ ਹੁੰਦੇ ਸੀ, ਉਹਨਾਂ ਨੂੰ ਮਾਲਾ ਵੀ ਨਹੀਂ ਸੀ ਫੇਰਨ ਦਿੱਤੀ ਜਾਂਦੀ ਹੁੰਦੀ। ਹਜ਼ੂਰ ਕੀ ਕਹਿੰਦੇ ਨੇ? ਅੰਤਰ ਪੂਜਾ। ਤੁਸੀਂ ਲੁਕ ਲੁਕ ਕੇ ਪੂਜਾ ਵੀ ਕਰ ਲੈਂਦੇ ਜੇ, ਮਜਬੂਰੀ ਹੈ ਤੁਹਾਡੀ, ਕਿਉਂਕਿ ਤੁਹਾਡਾ ਦਿਲ ਨਹੀਂ ਮੰਨਦਾ। ਅੰਤਰ ਪੂਜਾ ਪੜ੍ਹੇ ਕਤੇਬਾ, ਪਰ ਉਹਨਾਂ ਦੇ ਸਾਹਮਣੇ ਤੁਸੀਂ ਜਾ ਕੇ ਕਤੇਬ ਪੜ੍ਹ ਲੈਂਦੇ ਜੇ। ਕਿਤੇਬ ਜਿਹੜੇ ਨੇ ਉਹ ਸਮੈਟਿਕ ਰਿਲੀਜਨ ਦੇ ਗ੍ਰੰਥ ਨੇ। ਇਹਦਾ ਮਤਲਬ ਸਿਰਫ ਇੰਨਾ ਕੁ ਹੈ, ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ ਵੀ ਵੇਖੋ, ਅਸੀਂ ਐਜ਼ ਏ ਹਿੰਦੂ, ਐਜ਼ ਏ ਸਿੱਖ ਜਾਂ ਐਜ਼ ਏ ਮੁਸਲਿਮ ਕੁਝ ਵੀ ਹੋਈਏ, ਜਿੱਥੇ ਦੂਸਰਿਆਂ ਦਾ ਰਾਜ ਇੰਨਾ ਜ਼ਿਆਦਾ ਹੋਵੇ ਤੇ ਮੈਨੂੰ ਕੋਈ ਕਹਿ ਦੇਵੇ ਵੀ ਭਾਈ ਤੈਨੂੰ ਸਾਡੇ ਵਾਲੇ ਕਰਮ ਨਿਭਾਉਣੇ ਹੀ ਪੈਣੇ ਨੇ, ਤੇ ਫਿਰ ਕਈ ਇੱਦਾਂ ਦੇ ਹੋਣਗੇ ਨਾ ਕਿ ਮੰਨ ਲਓ ਵੀ ਲੁਕ ਕੇ ਆਪਣੀ ਪੂਜਾ ਵੀ ਕਰ ਲਈ ਤੇ ਲੋਕ ਦਿਖਾਵੇ ਦੇ ਵਿੱਚ ਉਹਨਾਂ ਦੀ ਪੂਜਾ ਵੀ ਕਰ ਲਈ। ਇਹ ਗੁਰੂ ਸਾਹਿਬ ਉਹਨਾਂ ਦੀ ਗੱਲ ਕਰਦੇ ਪਏ ਨੇ ਵੀ ਭਾਈ ਡਰਦੇ ਕਿਉਂ ਪਏ ਜੇ ਪੂਜਾ ਕਰਦੇ ਪਏ ਤਾਂ ਫਿਰ ਹਿੰਮਤ ਦੇ ਨਾਲ ਕਰੋ ਨਾ, ਫਿਰ ਸਾਹਮਣੇ ਆ ਕੇ ਪੂਜਾ ਫਿਰ ਕਿਉਂ ਨਹੀਂ ਕਰਦੇ? ਹਜ਼ੂਰ ਕਹਿੰਦੇ ਅੰਤਰ ਪੂਜਾ, ਲੁਕ ਲੁਕ ਕੇ ਤੁਸੀਂ ਪੂਜਾ ਵੀ ਕਰ ਲੈਂਦੇ ਜੇ। ਪੜ੍ਹੇ ਕਤੇਬਾ, ਪਰ ਲੋਕਾਂ ਦੇ ਸਾਹਮਣੇ ਤੁਸੀਂ ਕਿਤਾਬਾਂ ਪੜ੍ਹਦੇ ਜੇ ਵੀ ਕਿਤੇ ਤੁਹਾਡੇ ਉੱਤੇ ਮੁਸਲਮਾਨ ਹਾਕਮ ਅਟੈਕ ਨਾ ਕਰ ਦੇਣ, ਕਿਉਂਕਿ ਡਰ ਲੱਗਦਾ ਇਸ ਪਾਸੇ ਤੋਂ। ਅੰਤਰ ਪੂਜਾ ਪੜ੍ਹੇ ਕਤੇਬਾਂ, ਸੰਜਮ ਤੁਰਕਾ ਭਾਈ। ਤੁਹਾਡੀ ਜੋ ਰਹਿਣੀ ਬਹਿਣੀ ਹੈ ਇਹ ਸਾਰੀ ਲਗਭਗ ਤੁਰਕਾਂ ਵਾਲੀ ਹੋ ਚੁੱਕੀ ਹੈ।
ਮੁਸਲਮਾਨਾਂ ਵਰਗੀ ਹੋ ਚੁੱਕੀ ਹੈ, ਕਿਉਂਕਿ ਜਿਹਦਾ ਰਾਜ ਚੱਲਦਾ ਹੈ ਹੌਲੀ ਹੌਲੀ ਸੁਭਾਅ ਦੇ ਵਿੱਚ ਉਹਦੇ ਕਰਮ ਕਾਂਡ ਹੋਣੇ ਸ਼ੁਰੂ ਹੋ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਛੋਡੀ ਲੈ ਪਾਖੰਡਾ, ਉਹ ਭਾਈ ਇਦਾਂ ਦੇ ਪਖੰਡ ਛੱਡ ਦੇ। ਕਿੱਦਾਂ ਦੇ ਪਖੰਡ? ਵੀ ਅੰਦਰੋਂ ਤੂੰ ਕੁਝ ਹੋਰ ਹੈ, ਬਾਹਰੋਂ ਤੂੰ ਕਿਸੇ ਹੋਰ ਦੀ ਨਕਲ ਕਰਦਾ ਪਿਆ ਹੈ। ਤੂੰ ਅੰਦਰੋਂ ਆਪਣੇ ਆਪ ਨੂੰ ਹਿੰਦੂ ਮੰਨਦਾ ਪਿਆ ਹੈ, ਪਰ ਬਾਹਰ ਆਪਣੀ ਜਾਨ ਬਚਾਉਣ ਦੀ ਖਾਤਰ ਤੂੰ ਮੁਸਲਮਾਨਾਂ ਦੀਆਂ ਵੀ ਸਾਰੀਆਂ ਮੰਨੀ ਜਾਂਦਾ ਹੈ। ਫਿਰ ਉਹਨਾਂ ਨੂੰ ਮੂੰਹ ਤੇ ਕਹੀ ਵੀ ਜਾਂਦਾ ਹੈ ਵੀ ਇਹ ਚੰਗੇ ਨਹੀਂ ਨੇ, ਇਹ ਚੰਗੇ ਨਹੀਂ ਨੇ, ਰੋਟੀਆਂ ਫਿਰ ਉਹਨਾਂ ਦੇ ਘਰੋਂ ਖਾਈ ਜਾਂਦਾ। ਇਹ ਆਮ ਲੋਕਾਂ ਦੀ ਗੱਲ ਨਹੀਂ ਹੈ। ਆਮ ਲੋਕਾਂ ਦੇ ਤੇ ਹਾਲ ਹੀ ਬੜੇ ਬੁਰੇ ਸੀ ਉਦੋਂ। ਇਹ ਉਹਨਾਂ ਦੀ ਗੱਲ ਹੈ ਜਿਹੜੇ ਪੰਡਿਤ ਅਖਵਾਉਂਦੇ ਸੀ ਵੀ ਹਾਂ ਅਸੀਂ ਕੁਝ, ਹਾਂ ਅਸੀਂ ਕਿਸੇ ਦਾ। ਉਹ ਤੁਸੀਂ ਵੇਖੋ ਵੀ ਇਦਾਂ ਦੇ ਬੰਦੇ ਸੀ ਵੀ ਸ਼ੂਦਰ ਦੇ ਘਰ ਹੱਥ ਦੇ ਵਿੱਚੋਂ ਕੁਝ ਖਾਂਦੇ ਨਹੀਂ ਸੀ ਹੁੰਦੇ। ਮਹਾਰਾਜ ਕਹਿੰਦੇ ਵੀ ਇੱਕ ਪਾਸੇ ਤੁਹਾਨੂੰ ਬੰਦੇ ਸ਼ੂਦਰ ਲੱਗਦੇ ਨੇ ਆਪਣੀ ਕੈਟਾਗਰੀ ਦੇ, ਵੀ ਇਹਨਾਂ ਦੇ ਘਰੋਂ ਕੁਝ ਨਹੀਂ ਖਾਣਾ, ਪਰ ਦੂਜੇ ਪਾਸੇ ਤੁਸੀਂ ਉਹਨਾਂ ਦੇ ਘਰੋਂ ਜਾ ਕੇ ਖਾਂਦੇ ਜੇ ਜਿਹਨਾਂ ਨੂੰ ਤੁਸੀਂ ਕਹਿੰਦੇ ਜੇ ਵੀ ਇਹ ਤੇ ਮਲੇਸ਼ ਨੇ, ਇਹ ਤੇ ਮਾੜੇ ਨੇ। ਹਜ਼ੂਰ ਕਹਿੰਦੇ ਛੋਡੀ ਲੈ ਪਾਖੰਡਾ, ਉਹ ਭਾਈ ਇਦਾਂ ਦੇ ਪਖੰਡ ਛੱਡ ਦੇ। ਨਾਮ ਲਏ ਜਾਹੇ ਤਰੰਦਾ, ਤੂੰ ਨਾਮ ਨੂੰ ਜਪੇਂਗਾ ਤੇ ਪਾਰ ਹੋਵੇਂਗਾ। ਮਤਲਬ ਸਿਰਫ ਤੂੰ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਵੀ ਜੋ ਤੇਰਾ ਕਰਮ ਹੈ ਉਹਨੂੰ ਦਲੇਰੀ ਦੇ ਵਿੱਚ ਨਿਭਾਉਣ ਦੀ ਕੋਸ਼ਿਸ਼ ਕਰਨਾ ਵੀ ਆਹ ਮੇਰਾ ਕਰਮ ਹੈ। ਮੈਂ ਫਿਰ ਕਹਿ ਦੇਵਾਂ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਮੈਂ ਕਿਸੇ ਦਾ ਦਿਲ ਦੁਖਾਉਣ ਦੇ ਲਈ ਕਰਮ ਕਰਾਂ, ਪਰ ਮੈਨੂੰ ਘਰ ਦੇ ਵਿੱਚ ਤੇ ਇਸ ਗੱਲ ਦੀ ਆਜ਼ਾਦੀ ਹੈ। ਆਜ਼ਾਦੀ ਦਾ ਮਤਲਬ ਇਹ ਥੋੜਾ ਵੀ ਦੇਸ਼ ਆਜ਼ਾਦ ਹੋ ਗਿਆ ਤੇ ਮੈਂ ਵੀ ਆਜ਼ਾਦ ਹੋ ਗਿਆ। ਤੁਹਾਨੂੰ ਵੇਖੋ ਹਾਂ, ਕੁਝ ਵੀ ਗੱਲ ਆਪਾਂ ਕਰਨੀ ਹੋਵੇ, ਇਸ ਦੇਸ਼ ਦਾ ਸੰਵਿਧਾਨ ਤੇ ਇਹ ਕਹਿੰਦਾ ਹੈ ਵੀ ਬੰਦਾ ਆਜ਼ਾਦੀ ਨਾਲ ਗੱਲ ਕਰ ਸਕਦਾ ਹੈ, ਪਰ ਤੁਸੀਂ ਸੋਚ ਕੇ ਵੇਖਿਓ ਇੱਥੇ ਆਜ਼ਾਦੀ ਨਾਲ ਗੱਲ ਕਰਦੇ ਨੇ, ਅਗਲੇ ਦਿਨ ਉਹਦੇ ਤੋਂ ਉਲਟਾ ਕੰਮ ਹੋ ਜਾਂਦਾ ਵੀ ਉਹ ਆਜ਼ਾਦੀ ਨਾਲ ਗੱਲ ਕੀਤੀ ਤੇ ਫੜਿਆ ਗਿਆ। ਦਾਤਾਰ ਕਹਿੰਦੇ ਭਾਈ ਛੋਡੀ ਲੈ ਪਾਖੰਡਾ, ਨਾਮ ਲਿਆ ਜਾਹੇ ਤਰੰਦਾ, ਤੂੰ ਜਿਹਨੂੰ ਜਪਦਾ ਪਿਆ ਹੈ ਨਾ ਉਹਨੂੰ ਹਿੰਮਤ ਦੇ ਨਾਲ ਤੇ ਜਪ, ਤੇਰੇ ਅੰਦਰ ਦਲੇਰੀ ਤੇ ਆਵੇ ਉਸ ਪਾਸੇ ਦੀ। ਧੱਕੇ ਨਾਲ ਕੋਈ ਤੈਨੂੰ ਕਿੱਦਾਂ ਕਹਿ ਦੇਵੇ, ਪਰ ਜੇ ਤੂੰ ਉਹਨਾਂ ਨੂੰ ਬੁਰਾ ਵੀ ਕਹਿਣਾ ਹੈ ਤੇ ਫਿਰ ਤੂੰ ਕਹੀ ਜਾਂਦਾ ਵੀ ਇਹਨਾਂ ਦੇ ਆਖੇ ਲਾ ਕੇ ਮੈਂ ਪਾਰ ਹੋ ਜਾਵਾਂਗਾ, ਇਦਾਂ ਤੇ ਪਾਰ ਨਹੀਂ ਹੋਇਆ ਜਾਂਦਾ। ਔਰ ਜਿਹੜੀਆਂ ਚੀਜ਼ਾਂ ਆਪ ਟੈਕਸ ਦੇ ਅਧੀਨ ਨੇ ਉਹਨਾਂ ਨੂੰ ਤੂੰ ਕਿੱਦਾਂ ਜਿਹੜਾ ਹੈ ਉਹ ਟੈਕਸ ਉਹਨਾਂ ਨੂੰ ਦਾਨ ਕਰਕੇ ਜਾਂ ਉਹਨਾਂ ਦੀ ਪੂਜਾ ਕਰਕੇ ਤੂੰ ਕਿਵੇਂ ਪਾਰ ਹੋ ਸਕਦਾ ਹੈ? ਇਹਨੂੰ ਸੋਚਣ ਦੀ ਲੋੜ ਹੈ। ਪਰ ਅਗਲੀ ਗੱਲ ਗੁਰੂ ਸਾਹਿਬ ਕਹਿੰਦੇ ਨੇ, ਵੇਖੋ ਮਹਿਲਾ ਪਹਿਲਾ, ਮਾਨਸ ਖਾਣੇ ਕਰਹਿ ਨਿਵਾਜ਼। ਬੜੀ ਦਲੇਰੀ ਹੈ ਮੈਂ ਕਹਿੰਦਾ ਮਹਾਰਾਜ ਜੀ ਦੀ। ਮੇਰੇ ਮੂੰਹ ਦੇ ਉੱਤੇ ਕੋਈ ਆ ਕੇ ਇਸ ਗੱਲ ਨੂੰ ਬੋਲ ਜਾਵੇ ਵੀ ਤੁਸੀਂ ਪਾਠ ਤੇ ਕਰਦੇ ਜੇ ਪਰ ਤੁਸੀਂ ਬੰਦੇ ਖਾ ਜਾਂਦੇ ਜੇ, ਵੇਖਿਓ ਫਿਰ ਕਿੰਨਾ ਗੁੱਸਾ ਆਉਂਦਾ। ਕੋਈ ਬੰਦਾ, ਆਪਾਂ ਦੁਕਾਨਦਾਰੀਆਂ ਕਰਦੇ ਆ ਨਾ, ਤੇ ਦੁਕਾਨ ਤੇ ਬੈਠੇ ਨੂੰ ਕੋਈ ਭਲਾ ਬੰਦਾ ਗ੍ਰਾਹਕ ਆ ਕੇ ਇਹ ਗੱਲ ਕਹਿ ਜਾਵੇ ਕਿ ਤੁਸੀਂ ਠੱਗਣ ਲਈ ਖੋਲੀ ਹੈ ਦੁਕਾਨ, ਵੇਖਿਓ ਫਿਰ ਕਿੰਨਾ ਗੁੱਸਾ ਆਉਂਦਾ। ਇਮਾਨਦਾਰੀ ਹੈ, ਮੈਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਸਾਡੇ ਕਰਮਾਂ ਦਾ। ਕੋਈ ਦੁੱਧ ਵੇਚਦਾ ਹੋਵੇ ਤੇ ਉਹ ਫਿਰ ਅਸੀਂ ਕੀ ਕਹਿੰਦੇ ਆ ਵੀ ਦੁੱਧ ਦੇ ਵਿੱਚ ਪਾਣੀ ਪਾ ਪਾ ਕੇ ਵੇਚੀ ਜਾਵੇ, ਤੇ ਫਿਰ ਕੀ ਦਿੱਕਤ ਆਉਂਦੀ ਹੈ? ਅਸੀਂ ਕਹਿੰਦੇ ਵੀ ਨਹੀਂ, ਤੂੰ ਬਸ ਨਾਂ ਦਾ ਹੀ ਕਾਰੋਬਾਰ ਖੋਲਿਆ, ਤੇਰਾ ਕੰਮ ਤੇ ਬਸ ਲੋਕਾਂ ਨੂੰ ਲੁੱਟਣਾ ਤੇ ਠੱਗਣਾ ਹੀ ਹੈ। ਹੁਣ ਇਹਨੂੰ ਕੀ ਕਿਹਾ ਜਾਂਦਾ? ਸਬੂਤੇ ਹੀ ਬੰਦੇ ਖਾ ਜਾਣੇ, ਸਬੂਤੇ ਹੀ ਬੰਦੇ ਖਾ ਜਾਣੇ। ਬੰਦੇ ਖਾਣ ਦਾ ਮਤਲਬ ਇਹ ਥੋੜਾ ਵੀ ਅਸੀਂ ਕਦੀ ਨੌਨ ਵੈਜ ਨੂੰ ਹੱਥ ਨਹੀਂ ਲਾਇਆ ਤੇ ਅਸੀਂ ਕਦੀ ਬੰਦਾ ਹੀ ਨਹੀਂ ਖਾਧਾ। ਆਪਾਂ ਕਿੰਨੀ ਵਾਰ ਇਸ ਗੱਲ ਨੂੰ ਕਹਿੰਦੇ ਆ ਵੀ ਜਿਹਨੇ ਕਿਸੇ ਦਾ ਹੱਕ ਮਾਰ ਲਿਆ ਉਹਨੇ ਕੀ ਕੀਤਾ? ਉਹਨੇ ਵੀ ਬੰਦਾ ਹੀ ਖਾਧਾ ਹੈ। ਜਿਹਨੇ ਕਿਸੇ ਨਾਲ ਧੋਖਾ ਕਰ ਲਿਆ, ਠੱਗੀ ਕਰ ਲਈ ਹੈ, ਉਹਦੀ ਰੋਟੀ ਖੋਹ ਲਈ ਹੈ ਜਿਸ ਬੰਦੇ ਨੇ, ਤੇ ਉਹਨੇ ਬੰਦਾ ਨਹੀਂ ਖਾਧਾ ਤੇ ਹੋਰ ਕੀ ਖਾਧਾ? ਮਹਾਰਾਜ ਕੀ ਕਹਿੰਦੇ ਨੇ? ਉਹ ਭਾਈ ਮਾਨਸ ਖਾਣੇ, ਉੱਦਾਂ ਸਬੂਤਿਆਂ ਬੰਦਿਆਂ ਨੂੰ ਖਾ ਜਾਂਦੇ ਨੇ, ਕਿਸੇ ਨੂੰ ਸੱਚ ਨਹੀਂ ਦੱਸਦੇ, ਕਿਸੇ ਦਾ ਸਿੱਧਾ ਰਸਤਾ ਨਹੀਂ ਦਿੰਦੇ, ਤੇ ਕੀ ਕਰਦੇ ਨੇ? ਮਾਨਸ ਖਾਣੇ, ਬੰਦਿਆਂ ਨੂੰ ਖਾ ਜਾਣ ਵਾਲੇ ਨੇ ਲੋਕ। ਪਰ ਕਰਹਿ ਨਿਵਾਜ਼, ਨਮਾਜ਼ਾਂ ਵੀ ਪੜ੍ਹੀ ਜਾਂਦੇ ਨੇ, ਮਤਲਬ ਪੂਜਾ ਵੀ ਕਰੀ ਜਾਂਦੇ ਨੇ, ਧਰਮ ਵੀ ਨਿਭਾਈ ਜਾਂਦੇ ਨੇ, ਉਹਨਾਂ ਨੂੰ ਲੱਗਦਾ ਵੀ ਅਸੀਂ ਧਾਰਮਿਕ ਵੀ ਹਾਂ, ਤੇ ਠੱਗੀਆਂ ਵੀ ਮਾਰੀ ਜਾਂਦੇ ਨੇ ਲੋਕਾਂ ਦੇ ਨਾਲ। ਦੂਸਰੀ ਗੱਲ, ਛੁਰੀ ਵਗਾਇਨ ਤਿੰਨ ਗਲ ਤਾਗ, ਛੁਰੀਆਂ ਮਾਰਨ ਵਾਲੇ। ਮਤਲਬ ਮੇਰੇ ਕੱਪੜਿਆਂ ਵੱਲ ਵੇਖ ਕੇ ਕੋਈ ਇਹ ਕਹਿ ਸਕਦਾ ਵੀ ਇਹ ਬੜਾ ਧਾਰਮਿਕ ਹੈ। ਮਹਾਰਾਜ ਕਹਿੰਦੇ ਇਹਦੇ ਅੰਦਰ ਵੇਖੋ ਤੇ ਬੰਦੇ ਖਾਈ ਜਾਂਦਾ। ਬੰਦੇ ਖਾਣ ਦਾ ਮਤਲਬ ਕਿਸੇ ਨੂੰ ਸਿੱਧੇ ਰਸਤੇ ਤੇ ਨਹੀਂ ਪਾਉਂਦਾ। ਛੁਰੀ ਵਗਾਇਨ ਦਾ ਮਤਲਬ ਹੁੰਦਾ, ਆਪਾਂ ਵੇਖਣਾ ਪੁਰਾਣੇ ਟਾਈਮ ਦੇ ਵਿੱਚ ਜਾਂ ਹੁਣ ਵੀ, ਕਿਸੇ ਸੁਨਸਾਨ ਇਲਾਕੇ ਦੇ ਵਿੱਚ ਬੰਦੇ ਨੂੰ ਕਿਤੇ ਰਾਤ ਪੈ ਜਾਵੇ ਤੇ ਉਹ ਬੰਦੇ ਡਰ ਦੇ ਨਾਲ ਕਿੰਨਾ ਕੁਝ ਬੰਦੇ ਨੂੰ ਲੁੱਟ ਲੈਂਦੇ ਨੇ। ਸਤਿਗੁਰੂ ਕਹਿੰਦੇ ਇਦਾਂ ਡਰਾ ਧਮਕਾ ਕੇ ਲੋਕਾਂ ਦੇ ਕੋਲੋਂ ਪੈਸੇ ਮੰਗਦੇ ਨੇ, ਭਾਵੇਂ ਦਕਸ਼ਿਣਾ ਦੇ ਰੂਪ ਦੇ ਵਿੱਚ ਤੇ ਭਾਵੇਂ ਟੌਰ ਦੇ ਰੂਪ ਦੇ ਵਿੱਚ, ਵੀ ਸਾਡਾ ਹੱਕ ਬਣਦਾ ਹੈ, ਲਿਆਓ ਸਾਨੂੰ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਦੀ ਇੱਕ ਇੱਦਾਂ ਦੀ ਵੀ ਘਟਨਾ ਹੈ। ਉਹ ਕਿਸੇ ਗਰੀਬ ਦਾ ਪਿਤਾ ਚੜ੍ਹਾਈ ਕਰ ਗਿਆ ਸੀ, ਸ਼ਾਇਦ ਬਾਬਾ ਬਕਾਲਾ ਸਾਹਿਬ ਦੀ ਘਟਨਾ ਹੈ। ਉਹਦਾ ਪਿਤਾ ਚੜ੍ਹਾਈ ਕਰ ਗਿਆ ਤੇ ਉਹਨੂੰ ਪੰਡਿਤ ਜੀ ਕਹਿੰਦੇ ਵੀ ਭਾਊ ਤੈਨੂੰ ਤੇ ਸਾਰੇ ਕਰਮ ਕਾਂਡ ਜਿਹੜੇ ਨੇ ਉਹ ਤੇ ਗੰਗਾ ਦੇ ਵਿੱਚ ਹੀ ਜਾ ਕੇ ਕਰਨੇ ਪੈਣੇ ਨੇ।
ਉਹ ਵਿਚਾਰੇ ਨੇ ਜਿਹੜੀ ਥੋੜੀ ਬਹੁਤੀ ਪੂੰਜੀ ਸੀ ਉਹ ਵੇਚੀ ਤੇ ਆਪਣੀ ਬੀਬੀ ਦੇ ਨਾਲ ਤੁਰ ਪਿਆ ਗੰਗਾ ਦੇ ਵੱਲ ਨੂੰ। ਤੇ ਰਸਤੇ ਦੇ ਵਿੱਚ ਕਰਤਾਰਪੁਰ ਪੈਂਦਾ ਸੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਗਿਆ ਕਿ ਸੱਚੇ ਪਾਤਸ਼ਾਹ ਇਹ ਬੜੀ ਦਿੱਕਤ ਹੋ ਗਈ ਹੈ। ਮਹਾਰਾਜ ਜੀ ਨੇ ਉਹਨੂੰ ਸਮਝਾਇਆ ਵੀ ਭਾਈ ਕਿੱਧਰ ਤੁਰ ਪੈਣ ਲੱਗਾ ਤੂੰ, ਕਿੱਧਰ ਚੱਲਿਆ। ਉਥੋਂ ਉਹਨੂੰ ਉਹ ਜਿਹੜੀ ਇਸ ਪਾਸੇ ਦੀ ਗੱਲ ਹੈ ਵੀ ਲੋਕਾਂ ਨੂੰ ਸਹੀ ਰਸਤਾ ਦੱਸਣ ਦੀ ਬਜਾਏ ਇਹ ਕਹਿ ਦੇਣਾ ਵੀ ਨਹੀਂ ਸਾਡਾ ਤੇ ਹੱਕ ਬਣਦਾ। ਮਹਾਰਾਜ ਕਹਿੰਦੇ ਸਮਝ ਲਓ ਛੁਰੀ ਮਾਰ ਲਈ ਹੈ ਲੋਕਾਂ ਨੂੰ। ਜਿਹਦੇ ਕੋਲ ਕੁਝ ਵੀ ਨਹੀਂ ਸੀ ਉਹਨਾਂ ਦੇ ਕੋਲ ਵੀ ਮੰਗ ਲਿਆ ਵੀ ਨਹੀਂ ਸਾਨੂੰ ਚਾਹੀਦਾ ਹੀ ਚਾਹੀਦਾ ਹੈ। ਮੈਂ ਕੱਲ ਵੀ ਇਸ ਪਾਸੇ ਤੋਂ ਗੱਲ ਬੋਲੀ ਸੀ। ਛੁਰੀ ਵਗਾਇਨ ਜਿਹੜੇ ਛੁਰੀਆਂ ਮਾਰਦੇ ਨੇ ਨਾ, ਮਹਾਰਾਜ ਕਹਿੰਦੇ 3 ਗਲ ਤਾਗ ਉਹਨਾਂ ਦੇ ਗਲ ਦੇ ਵਿੱਚ ਤੁਸੀਂ ਵੇਖੋਗੇ ਜਨੇਊ ਦੇ ਧਾਗੇ ਪਏ ਹੋਏ ਨੇ। ਕੱਲੇ ਇਹ ਨਹੀਂ ਵੀ ਸਾਰਿਆਂ ਦੇ ਅੰਦਰ ਹੀ ਹੁੰਦੇ ਨੇ ਇਦਾਂ ਦੇ, ਪਰ ਬਹੁਤੇ ਲੋਕ ਕਿਸੇ ਵੇਲੇ ਆਉਂਦੇ ਹੀ ਧਾਰਮਿਕ ਲਾਈਨ ਦੇ ਵਿੱਚ ਇਸ ਕਰਕੇ ਨੇ ਵੀ ਧਾਰਮਿਕ ਲੋਕਾਂ ਦੇ ਉੱਤੇ ਲੋਕਾਂ ਨੂੰ ਸ਼ੱਕ ਘੱਟ ਹੁੰਦਾ। ਔਰ ਜਿੰਨੇ ਬਾਬੇ ਫੜੇ ਨੇ ਤੁਸੀਂ ਵੇਖ ਲਓ ਕੀ ਹਾਲ ਹੋਏ ਨੇ ਇਹਨਾਂ ਦੇ। ਔਰ ਥੋੜੀ ਕਿਤੇ ਪਬਲਿਕ ਇਹਨਾਂ ਦੀ ਪਬਲਿਕ ਅਜੇ ਵੀ ਕਹੀ ਦਿੰਦੀ ਵੀ ਸਾਡਾ ਬਾਬਾ ਤਾਂ ਨਿਰਦੋਸ਼ ਹੈ। ਪਬਲਿਕ ਅਜੇ ਵੀ ਕਿੱਥੇ ਮੰਨਦੀ ਹੈ? ਪਬਲਿਕ ਨੂੰ ਅਜੇ ਵੀ ਲੱਗਦਾ ਵੀ ਸਾਡਾ ਬਾਬਾ ਸਹੀ ਹੈ ਬਾਕੀ ਸਾਰੀ ਦੁਨੀਆ ਗਲਤ ਹੈ। ਇਹਨੂੰ ਕਹਿੰਦੇ ਨੇ ਅੰਨੀ ਭਗਤੀ। ਗੁਰੂ ਸਾਹਿਬ ਕਹਿੰਦੇ ਛੁਰੀ ਵਗਾਇਨ। ਕਈ ਬੰਦਿਆਂ ਦੇ ਮਾਰਨ ਦੇ ਇਲਜ਼ਾਮ ਲੱਭੇ ਹੀ ਨਹੀਂ ਬੰਦੇ, ਕਿੱਥੇ ਚਲੇ ਗਏ? ਮਹਾਰਾਜ ਕਹਿੰਦੇ ਗਲ ਤਾਗ, ਗਲ ਦੇ ਵਿੱਚ ਧਾਗੇ ਵੀ ਪਾਏ ਹੋਏ ਨੇ। ਹੁਣ ਇਹਦਾ ਮਤਲਬ ਇਹ ਨਹੀਂ ਵੀ ਗੁਰੂ ਸਾਹਿਬ ਧਾਗੇ ਨੂੰ ਬੁਰਾ ਕਹਿੰਦੇ ਨੇ। ਉਹ ਧਾਗਾ ਪਾ ਕੇ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਮਹਾਰਾਜ ਉਹਨਾਂ ਨੂੰ ਇਹ ਗੱਲ ਕਹਿੰਦੇ ਨੇ। ਸਾਡੇ ਵਰਗਾ ਅੰਮ੍ਰਿਤ ਛਕ ਕੇ ਬਾਅਦ ਦੇ ਵਿੱਚ ਹੋਰ ਹੀ ਕੁਝ ਕਰਦਾ ਫਿਰੇ, ਉਹਨੂੰ ਫਿਰ ਦੁਨੀਆ ਕੀ ਕਹੇਗੀ? ਜਿੰਨਾਂ ਫੜਿਆ ਜਾਵੇਗਾ ਬਦਨਾਮੀ ਕਿਹਦੀ ਹੈ? ਇਸ ਕਰਕੇ ਸਤਿਗੁਰੂ ਕਹਿੰਦੇ ਛੁਰੀ ਵਗਾਇਨ 3 ਗਲ ਤਾਗ। ਕਹਿੰਦੇ ਉਹਦੇ ਤੋਂ ਵੀ ਪ੍ਰੋਬਲਮ ਸਭ ਤੋਂ ਵੱਡੀ ਇਹ ਹੈ 3 ਘਰ ਬ੍ਰਾਹਮਣ ਪੂਰੇ ਨਾਦ। ਬ੍ਰਾਹਮਣ ਜਿਹੜੇ ਨੇ ਉਹਨਾਂ ਘਰ ਉੱਚੀ ਉੱਚੀ ਜਾ ਕੇ ਤੇ ਧਾਰਮਿਕ ਗੀਤ ਗਾਉਂਦੇ ਨੇ। ਹੁਣ ਇਸ ਗੱਲ ਨੂੰ ਸੋਚ ਕੇ ਵੇਖਿਓ ਮਹਾਰਾਜ ਜੀ ਕਿੱਥੋਂ ਗੱਲ ਕਰਦੇ ਨੇ ਵੀ ਜੋ ਅਸੀਂ ਖਾਵਾਂਗੇ ਨਾ ਉਹਦਾ ਖਾਦੇ ਦਾ ਅਸਰ ਸਾਡੇ ਉੱਤੇ ਹੋ ਰਿਹਾ ਹੈ। ਸਿੱਧੀ ਜੀ ਗੱਲ ਹੈ, ਉਹਦੀ ਆਪਣੀ ਕੋਈ ਜ਼ਮੀਨ ਨਹੀਂ, ਆਪਣਾ ਕੋਈ ਕਾਰੋਬਾਰ ਨਹੀਂ, ਉਹਨੂੰ ਤਾਂ ਲੋਕਾਂ ਦੇ ਪੈਸੇ ਦੇ ਉੱਤੇ ਹੀ ਪਲਣਾ। ਹੁਣ ਕਮਾਲ ਦੀ ਗੱਲ ਹੈ, ਮਹਾਰਾਜ ਕਹਿੰਦੇ ਨੇ ਬ੍ਰਾਹਮਣ ਜਿਹੜੇ ਨੇ ਉਹਨਾਂ ਘਰਾਂ ਦੇ ਵਿੱਚ ਜਾ ਕੇ ਸ਼ੰਖ ਪੂਰਦੇ ਨੇ। ਮਤਲਬ ਧਾਰਮਿਕ ਗੱਲਾਂ ਵੀ ਕਰੀ ਜਾਂਦੇ। ਕਿੰਨਾਂ ਦੇ ਘਰ ਦੇ ਵਿੱਚ ਜਾ ਕੇ? ਜਿਨ੍ਹਾਂ ਘਰਾਂ ਦੇ ਵਿੱਚ ਪੈਸਾ ਕਦੀ ਇਮਾਨਦਾਰੀ ਦੇ ਨਾਲ ਆਇਆ ਹੀ ਨਹੀਂ। ਉਹ ਇਸੇ ਕਰਕੇ ਆਪਾਂ ਇੱਕ ਸਾਖੀ ਪੜ੍ਹਦੇ ਹਾਂ। ਹਿੰਮਤ ਹੋਣੀ ਚਾਹੀਦੀ ਹੈ ਇਸ ਪਾਸੇ ਦੀ ਕਿ ਵੇਖੋ ਸਤਿਗੁਰੂ ਕਹਿੰਦੇ ਵੀ ਮਲਕ ਭਾਗੋ ਨਹੀਂ ਜਾਣਾ ਤੇਰੇ ਘਰ ਦੇ ਵਿੱਚ। ਤੇ ਵੀ ਕਿਉਂ ਨਹੀਂ ਜਾਣਾ? ਮਹਾਰਾਜ ਕਹਿੰਦੇ ਇੰਨੇ ਜਾਣੇ ਖਾ ਗਏ ਮੈਂ ਨਹੀਂ ਖਾਵਾਂਗਾ ਤੇ ਕੀ ਫਰਕ ਪੈਂਦਾ? ਨਹੀਂ ਖਾਣਾ ਚਾਹੀਦਾ। ਉੱਥੇ ਭਾਈ ਵੀਰ ਸਿੰਘ ਗੱਲ ਲਿਖਦੇ ਨੇ ਵੀ ਭਾਈ ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ, ਪਰ ਜਦੋਂ ਉੱਗ ਪੈਂਦੀ ਹੈ ਨਾ ਫਿਰ ਕੰਡੇ ਕੰਡੇ ਹੋ ਜਾਂਦੇ ਨੇ। ਇੱਕ ਵੇਲੇ ਕਿਸੇ ਦੇ ਘਰ ਦੇ ਵਿੱਚੋਂ ਖਾਧਾ, ਉਦੋਂ ਖਾਧਾ ਜਿਹੜਾ ਹੈ ਨਾ ਉਹ ਦੁੱਖ ਨਹੀਂ ਦਿੰਦਾ, ਪਰ ਜਦੋਂ ਉਹ ਖਾਧਾ ਫਲਦਾ ਹੈ ਨਾ ਫਿਰ ਬਹੁਤ ਜ਼ਿਆਦਾ ਦੁੱਖ ਦਿੰਦਾ ਹੈ। ਉਹ ਇਸ ਕਰਕੇ ਜਿਹੜੇ ਧਾਰਮਿਕ ਬੰਦੇ ਨੇ ਖਾਸ ਕਰਕੇ ਉਹ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਖਾਣਾ ਚਾਹੀਦਾ ਹੈ ਕਿ ਮਹਾਰਾਜ ਤੰਦਰੁਸਤੀ ਦੇਵੇ। ਮੈਂ ਕਹਿੰਦਾ ਹਾਂ ਅਸੀਂ ਵੀ ਲੋਕਾਂ ਦੇ ਘਰਾਂ ਦੇ ਵਿੱਚੋਂ ਬਹੁਤ ਘਰਾਂ 'ਚੋਂ ਪ੍ਰਸ਼ਾਦੇ ਛਕਦੇ ਹਾਂ, ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਕਿੰਨਿਆਂ ਘਰਾਂ ਦੇ ਵਿੱਚੋਂ ਪ੍ਰਸ਼ਾਦਾ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਆਉਂਦਾ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਇਹ ਸਰਕਲ ਦੇ ਬਾਰੇ। ਪਰ ਇਹ ਗੱਲ ਪੱਕੀ ਹੈ, ਜਿਹੋ ਜਿਹਾ ਅੰਨ ਖਾਵਾਂਗੇ ਉਹੋ ਜਿਹਾ ਮਨ ਬਣੇਗਾ ਹੀ ਬਣੇਗਾ। ਜੋ ਬਣਾਉਣ ਵਾਲੇ ਨੇ ਬਣਾਉਂਦਿਆਂ ਸੋਚਿਆ ਹੈ ਇਹਨੂੰ ਮੰਨੇ ਕੋਈ ਨਾ ਮੰਨੇ, ਆਟੋਮੈਟਿਕਲੀ ਉਹ ਜਿਹੜਾ ਖਾ ਰਿਹਾ ਹੈ ਉਹਦੇ ਸੁਭਾਅ ਦੇ ਵਿੱਚ ਉਹ ਗੱਲ ਆਵੇਗੀ ਹੀ ਆਵੇਗੀ। ਇਸ ਕਰਕੇ ਪਹਿਲੀਆਂ ਬੀਬੀਆਂ ਇਦਾਂ ਦੀਆਂ ਹੁੰਦੀਆਂ ਸੀ, ਉਹਨਾਂ ਨੂੰ ਬਹੁਤੇ ਪਾਠ ਨਹੀਂ ਸੀ ਆਉਂਦੇ ਹੁੰਦੇ, ਪਰ ਉਹਨਾਂ ਨੇ ਜਿੰਨੀ ਸੁਣ ਸੁਣ ਕੇ ਬਾਣੀ ਯਾਦ ਕਰਨੀ। ਜੀ ਉਹਨਾਂ ਨੇ ਦੁੱਧ ਰਿੜਕਣਾ ਹੈ ਤਾਂ ਉਹਨਾਂ ਨੇ ਮਧਾਣੀ ਨਾਲੇ ਗੇੜੀ ਜਾਣੀ, ਨਾਲੇ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ। ਰੋਟੀਆਂ ਪਕਾਉਂਦੀਆਂ ਨੇ ਗੱਲ ਕਹੀ ਜਾਣੀ। ਤੇ ਹੁਣ ਹੈਰਾਨੀ ਦੀ ਗੱਲ ਹੈ ਵੀ ਜਦੋਂ ਉਹਨੇ ਗਾਣੇ ਲਾਏ ਨੇ ਤਾਂ ਗਾਂ ਸੁਣਨ ਵਾਲੇ ਨੇ ਵੀ ਰੋਟੀ ਖਾਂਦਿਆਂ ਗਾਣੇ ਹੀ ਸੁਣਦੇ ਨੇ, ਫਿਰ ਇਹੋ ਕੁਝ ਹੀ ਹੋਣਾ। ਪਕਾਉਂਦਿਆਂ ਵੀ ਗਾਣੇ, ਸੁਣਦਿਆਂ ਵੀ ਗਾਣੇ, ਫਿਰ ਸਾਰਾ ਕੁਝ ਗਾਣੇ ਗਾਣੇ ਤੇ ਆਟਾ ਕਾਦਾ ਤਾਂ ਗਾਣਾ ਹੋ ਗਿਆ ਨਾ ਸਿਸਟਮ। ਇਹ ਸਾਡੇ ਘਰਾਂ ਦੇ ਹਾਲਾਤ ਨੇ, ਅਸੀਂ ਕਿਸੇ ਨੂੰ ਕੀ ਕਹੀਏ। ਇਸ ਕਰਕੇ ਇਹਨੂੰ ਸਮਝਣਾ ਇਸ ਪਾਸੇ ਤੋਂ। ਹਜ਼ੂਰ ਕਹਿੰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਸਾਡੇ ਵਰਗੇ ਆ ਕੇ ਗਾ ਵੀ ਲੈਂਦੇ ਵੀ ਬੜਾ ਵੱਡਾ ਗੁਰਮੁਖ ਪਰਿਵਾਰ, ਬੜਾ ਵੱਡਾ ਇਦਾਂ ਦਾ ਪਰਿਵਾਰ। ਕੀ ਫਰਕ ਪੈ ਰਿਹਾ ਇਹਨਾਂ ਦੇ ਨਾਲ? ਉਹਨਾਂ ਵੀ ਆਵੇ ਉਹੀ ਸਾਧ ਬੰਦੇ ਮਾਰ ਮਾਰ ਕੇ ਕਮਾਈਆਂ ਇਕੱਠੀਆਂ ਕੀਤੀਆਂ ਨੇ, ਉਹਨਾਂ ਘਰਾਂ 'ਚ ਰੋਟੀਆਂ ਖਾਂਦੇ ਨੇ ਤੇ ਫਿਰ ਬਾਅਦ 'ਚ ਕਹਿੰਦੇ ਨੇ ਸਾਡੇ ਧਰਮ ਦਾ ਕੁਝ ਬਣਦਾ ਨਹੀਂ। ਮਹਾਰਾਜ ਕਹਿੰਦੇ ਕੀ ਬਣੇ? ਜੋ ਤੁਸੀਂ ਖਾਧਾ ਤੁਹਾਡੇ ਤੇ ਵੀ ਉਹ ਸਰੀ ਹੋਣਾ, ਜੋ ਖਾ ਰਹੇ ਜੇ ਉਹੀ ਤੁਹਾਡੇ ਉੱਤੇ ਅਸਰ ਹੋਵੇਗਾ ਫਿਰ। ਔਰ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਇੱਥੇ ਬੋਲਦੇ ਹੁੰਦੇ ਸੀ, ਇੱਕ ਗੱਲ ਇੱਥੇ ਬੋਲ ਕੇ ਗਏ ਸੀ। ਉਹ ਅੱਗੋਂ ਪਿੱਛੋਂ ਵੀ ਸ਼ਾਇਦ ਕਿਤੇ ਬੋਲਦੇ ਹੋਣ। ਕਹਿੰਦੇ ਵੀ ਮੈਨੂੰ ਕਹਿੰਦੇ ਵੀ ਗੱਲ ਤੇ ਵੱਡੀ ਹੈ, ਦਿੱਕਤ ਤੇ ਆਵੇਗੀ। ਕਹਿੰਦੇ ਪਰ ਤੁਹਾਨੂੰ ਲੱਗਦਾ ਨਾ ਵੀ ਲੰਗਰ ਦੇ ਵਿੱਚ ਵੇਸਟੇਜ ਬੜੀ ਹੁੰਦੀ ਹੈ। ਕਹਿੰਦੇ ਅਸਲ 'ਚ ਉਨੀ ਕੀ ਵੇਸਟੇਜ ਹੁੰਦੀ ਹੈ ਜਿੰਨਾ ਕੋ ਬਾਹਰੋਂ ਆਉਂਦਾ। ਜਿੰਨੇ ਇਮਾਨਦਾਰੀ ਨਾਲ ਕਮਾਇਆ ਹੁੰਦਾ ਨਾ ਉਹ ਸਿੱਧਾ ਸਿੱਧਾ ਮੂੰਹਾਂ ਦੇ ਵਿੱਚ ਹੀ ਜਾਂਦਾ। ਇਹ ਨਾ ਸਮਝ ਲੈਣਾ ਵੀ ਅਸੀਂ ਸਾਰੇ ਕੰਮ ਉਹ ਕਿਉਂਕਿ ਕੋਈ ਦੂਸਰੇ ਪਾਸੇ ਤੋਂ ਗੱਲ ਲੈ ਜਾਵੇ
ਕਹਿੰਦੇ ਅਸਲ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਵੇਖੋਗੇ, ਇਹ ਉਹਨਾਂ ਦੀ ਆਪਣੀ ਥਿੰਕਿੰਗ ਹੈ, ਪਰ ਉਹ ਕਹਿੰਦੇ ਵੀ ਅਸਲ ਦੇ ਵਿੱਚ ਕਿਉਂ ਨਿਕਲੇਗਾ, ਡੁੱਲੇਗਾ ਕਿਉਂ। ਕੜਾਹ ਪ੍ਰਸ਼ਾਦ ਵੀ ਤੇ ਆਉਂਦਾ ਜੀ, ਤੁਸੀਂ ਕਦੀ ਡੁੱਲਦਾ ਵੇਖਿਆ? ਥੋੜਾ ਜਿਹਾ ਵੀ ਹੋਵੇ ਤੇ ਉਸੇ ਵੇਲੇ ਚੁੱਕ ਲੈਂਦੇ ਨੇ। ਲੰਗਰ ਕਿਉਂ ਸਾਡਾ ਇੰਨਾ ਵੇਸਟ ਹੋ ਜਾਂਦਾ ਵੀ ਡੁੱਲ ਗਈ ਸਬਜ਼ੀ, ਜਿੱਥੇ ਮਰਜ਼ੀ ਜਾਂਦੀ ਰਹੇ, ਵਰਤਾਉਣ ਵਾਲੇ ਨੇ ਵੇਖਿਆ ਹੀ ਨਹੀਂ ਵੀ ਕਿੱਥੇ ਪੱਤ। ਜੇ ਅਸੀਂ ਪ੍ਰਸ਼ਾਦ ਦੀ ਇੰਨੀ ਕੇਅਰ ਕਰ ਸਕਦੇ, ਅਸੀਂ ਲੰਗਰ ਦੀ ਇੰਨੀ ਕੇਅਰ ਕਿਉਂ ਨਹੀਂ ਕਰਵਾਈ? ਉਹਦਾ ਕਿਤੇ ਨਾ ਕਿਤੇ ਕਾਰਨ ਤੇ ਇਹ ਵੀ ਹੈ, ਜਿਹੋ ਜਿਹੇ ਸੁਭਾਅ ਦੇ ਵਿੱਚੋਂ ਨਿਕਲਿਆ ਹੈ, ਜਿਹੋ ਜਿਹੇ ਹੋਸ਼ੇਪਨ ਦੇ ਵਿੱਚੋਂ ਨਿਕਲਿਆ ਹੈ, ਉਹੋ ਜਿਹੇ ਹੋਸ਼ੇਪਨ 'ਚ ਵਰਤਾਇਆ ਵੀ ਜਾਵੇਗਾ। ਮਹਾਰਾਜ ਤੰਦਰੁਸਤੀ ਦੇਵੇ। ਇਹਦਾ ਮਤਲਬ ਇਹ ਨਾ ਸਮਝ ਲੈਣਾ ਵੀ ਵਰਤਾਉਣਾ ਨਹੀਂ ਚਾਹੀਦਾ, ਪਰ ਇਹਦਾ ਮਤਲਬ ਮੈਂ ਇਹ ਕਹਿਣਾ ਵੀ ਅਸੀਂ ਕਿੰਨੀ ਕੇਅਰ ਦੇ ਵਿੱਚੋਂ ਲੈ ਕੇ ਚੱਲ ਸਕਦੇ ਸੀ ਇਸ ਚੀਜ਼ ਨੂੰ। ਉਹਨਾਂ ਵੀ ਆਵੇਂ ਉਹੀ ਸਾਧ, ਜੋ ਪਕਾਉਣ ਵਾਲਾ, ਲਿਆਉਣ ਵਾਲਾ ਜਿਸ ਚੀਜ਼ ਨੂੰ ਲੈ ਕੇ ਆਵੇਗਾ, ਸਿਰਫ ਰਾਸ਼ਨ ਹੀ ਨਹੀਂ ਲੈ ਕੇ ਆਉਂਦਾ, ਉਹ ਨਾਲ ਸੁਭਾਅ ਵੀ ਲੈ ਕੇ ਆਉਂਦਾ ਹੈ, ਫਿਰ ਖਾਣ ਵਾਲਿਆਂ ਨੂੰ ਉਹੀ ਸਵਾਦ ਆਉਂਦਾ ਹੈ। ਇਸ ਕਰਕੇ ਤੁਸੀਂ ਵੇਖੋਗੇ ਹਰ ਇੱਕ ਘਰ ਦੀ ਰੋਟੀ ਦਾ ਤੇ ਉਹਨਾਂ ਦੇ ਘਰ ਦਾ ਮਾਹੌਲ ਵੱਖਰਾ ਹੈ। ਤੁਹਾਡੇ ਘਰ ਦੇ ਨਾਲ ਹੀ ਤੁਹਾਡੇ ਘਰ ਦੀ ਜਿਹੜੀ ਸਾਂਝੀ ਕੰਧ ਹੈ, ਉਸ ਘਰ ਦਾ ਕਲਚਰ ਸਾਡੇ ਘਰ ਦੇ ਨਾਲੋਂ ਬਿਲਕੁਲ ਹੀ ਵੱਖਰਾ ਹੈ। ਉਹਦਾ ਕਾਰਨ ਹੈ ਇਹ, ਤਿੰਨ ਘਰ ਬ੍ਰਾਹਮਣ ਪੂਰ ਹੈ ਨਾਦ, ਉਹਨਾਂ ਵੀ ਆਵੇ ਉਹੀ ਸਾਧ। ਹਜ਼ੂਰ ਕਹਿੰਦੇ ਨੇ ਫਿਰ ਕੂੜੀ ਰਾਸ ਕੂੜਾ ਵਪਾਰ, ਹਰ ਪਾਸੇ ਬਸ ਫਿਰ ਝੂਠ ਹੀ ਝੂਠ ਚੱਲੀ ਜਾਂਦਾ। ਇੱਕ ਜਣਾ ਧੋਖੇ ਕਰ ਕਰਕੇ ਲਈ ਆਉਂਦਾ, ਦੂਜਾ ਧੋਖਾ ਕਰ ਕਰਕੇ ਖਾਈ ਜਾਂਦਾ। ਕੀ ਫਰਕ ਪੈਂਦਾ? ਕੌਣ ਪੁੱਛਦਾ ਇਹਨਾਂ ਗੱਲਾਂ ਨੂੰ ਵੀ ਸਹੀ ਹੈ ਕਿ ਗਲਤ ਹੈ? ਕੂੜ ਬੋਲ ਕਰਾਂ ਆਹਾਰ, ਉੱਥੇ ਬਹਿ ਬਹਿ ਕੇ ਕੋਈ ਰੱਬ ਦੀ ਗੱਲ ਨਹੀਂ, ਟੱਬਰ ਦੀਆਂ ਗੱਲਾਂ ਲੈ ਕੇ ਬਹਿ ਜਾਂਦੇ ਨੇ। ਪੰਡਤਾਂ ਦੀ ਵੀ ਤੇ ਹਾਲਤ ਇਹੋ ਹੀ ਹੋਈ ਵੀ ਪੰਡਤ ਦਾ ਮਤਲਬ ਸਾਡੇ ਵਰਗੇ ਵੀ ਵਿੱਚ ਹੀ ਨੇ, ਵੀ ਕਿਸੇ ਦੇ ਘਰ ਗਏ ਤੇ ਇਹਦਾ ਮਤਲਬ ਇਹ ਥੋੜਾ ਵੀ ਕਿਸੇ ਜਾ ਕੇ ਰੱਬ ਦੀ ਗੱਲ ਕਰ ਲੈਣੀ ਹੈ। ਟੱਬਰਾਂ ਦੀਆਂ ਗੱਲਾਂ ਲੈ ਕੇ ਬਹਿ ਗਏ, ਸਾਡੇ ਉੱਥੇ ਫਲਾਣ, ਸਾਡਾ ਇੱਥੇ। ਇਹ ਕੀ ਚੱਲਦਾ ਪਿਆ? ਹਜ਼ੂਰ ਕਹਿੰਦੇ ਕੂੜ ਬੋਲ ਕਰੇ ਆਹਾਰ, ਗੱਪਾਂ ਮਾਰ ਮਾਰ ਕੇ ਰੋਟੀਆਂ ਖਾਈ ਜਾਂਦੇ ਨੇ, ਉਦਾਂ ਧਾਰਮਿਕ ਜ਼ਿੰਦਗੀ ਜੀਣ ਗਏ। ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ। ਮਹਾਰਾਜ ਕਹਿੰਦੇ ਨਾ ਤੇ ਧਰਮ ਤੇ ਨਾ ਸ਼ਰਮ, ਦੋਵੇਂ ਚੀਜ਼ਾਂ ਉਹ ਕਿਤੇ ਪਿੱਛੇ ਰਹਿ ਜਾਂਦੀਆਂ ਨੇ। ਹੁਣ ਸੱਚੀ ਗੱਲ ਹੈ, ਉਹ ਇੱਕ ਪਾਕਿਸਤਾਨ ਦਾ ਮੌਲਵੀ ਆ, ਬੋਲਦਾ ਪਿਆ ਸੀ, ਕਹਿੰਦਾ ਵੀ ਪਹਿਲਾਂ ਜਿਹੜੇ ਨਾ ਉਹ ਮੌਲਵੀ ਨੇ ਕਿਤੇ ਲੋਕਾਂ ਦੇ ਲਾਗੋਂ ਦੀ ਲੰਘਣਾ, ਤੇ ਜੇ ਲੋਕ ਤਾਸ਼ ਖੇਡਦੇ ਹੁੰਦੇ ਸੀ ਤੇ ਲੋਕਾਂ ਨੇ ਸਿੱਧੇ ਹੋ ਜਾਣਾ ਵੀ ਮੌਲਵੀ ਜੀ ਲੰਘਦੇ ਪਏ ਨੇ, ਤੇ ਕਹਿੰਦੇ ਹੁਣ ਤੇ ਮੌਲਵੀ ਆਪ ਬਾਜੀ ਲਾਉਣ ਲੱਗ ਪੈਂਦਾ ਨਾਲ ਜਾ ਕੇ। ਇਹ ਹਾਲ ਨੇ ਧਾਰਮਿਕ ਲੋਕਾਂ ਦੇ। ਅਸੀਂ ਕਿੱਦਾਂ ਮਤਲਬ ਇਸ ਚੀਜ਼ ਨੂੰ ਕਹਿ ਸਕਦੇ ਹਾਂ ਜ਼ਿੰਦਗੀ ਦੇ ਵਿੱਚ ਵੀ ਕਿੰਨਾਂ ਦੇ ਕੋਲੋਂ ਮੈਂ ਖਾ ਰਿਹਾ ਹਾਂ, ਕਿੰਨਾਂ ਦੇ ਕੋਲ ਮੇਰੇ ਕੋਲ ਆ ਰਿਹਾ, ਮਤਲਬ ਹੀ ਨਹੀਂ, ਜਿੱਦਾਂ ਦਾ ਆ ਗਿਆ ਖਾ ਲਿਆ, ਆਪਾਂ ਸੋਚਿਆ ਹੀ ਨਹੀਂ ਵੀ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਸਤਿਗੁਰੂ ਕਹਿੰਦੇ ਬਸ ਝੂਠ ਹੀ ਝੂਠ ਹੈ ਚਾਰੇ ਪਾਸੇ, ਜਿੱਥੇ ਮਰਜ਼ੀ ਵੇਖ ਲਓ। ਮੱਥਾ ਟਿੱਕਾ, ਮੱਥੇ ਦੇ ਉੱਤੇ ਟਿੱਕਾ ਵੀ ਹੈ। ਤੇੜ ਧੋਤੀ ਕੱਖ ਆਈ, ਤੇੜ ਦਾ ਮਤਲਬ ਤੁਹਾਨੂੰ ਪਤਾ ਵੀ ਕਿ ਪੰਜਾਬੀ ਦਾ ਸ਼ਬਦ ਹੈ, ਧੋਤੀ ਵੀ ਪਹਿਨਦਾ ਹੈ ਤੇੜ, ਕੇਸਰੀ ਰੰਗ ਦੀ, ਗੇਰੂਆ ਕਲਰ ਦੀ। ਹਜ਼ੂਰ ਕਹਿੰਦੇ ਹੱਥ ਛੁਰੀ, ਇੰਨਾ ਸੋਹਣਾ ਧਾਰਮਿਕ ਪਹਿਰਾਵਾ ਪਾ ਕੇ ਹੱਥ ਦੇ ਵਿੱਚ ਛੁਰੀ ਲੈ ਕੇ ਬੈਠਾ ਹੋਇਆ। ਛੁਰੀ ਲੈ ਕੇ ਬਹਿਣ ਦਾ ਮਤਲਬ ਲੋਕਾਂ ਨੂੰ ਸਿੱਧਾ ਰਸਤਾ ਨਹੀਂ ਦੱਸਦਾ, ਧੱਕੇ ਕਰਦਾ ਹੈ ਲੋਕਾਂ ਦੇ ਨਾਲ। ਹੱਥ ਛੁਰੀ ਜਗਤ ਕਾ ਸਾਈ, ਨੀਲ ਵਸਤਰ ਪੈਰ ਹੋਵੇ ਪ੍ਰਵਾਨ। ਹੁਣ ਪਰ ਜਦੋਂ ਇਹਨੂੰ ਮੁਸਲਮਾਨ ਹਾਕਮ ਦੇ ਕੋਲ ਜਾਣਾ ਪੈਂਦਾ, ਇਹਨੂੰ ਨੀਲੇ ਕੱਪੜੇ ਪਾਉਣੇ ਪੈਂਦੇ ਨੇ। ਇਹ ਲਾਹ ਹੈ ਉਹਨਾਂ ਦਾ, ਨਿਯਮ ਹੈ, ਉਹਨੂੰ ਮੰਨਣਾ ਪੈਂਦਾ। ਇਹਨੂੰ ਭਾਵੇਂ ਕਹੀ ਜਾਵੇ ਵੀ ਉਹ ਬੁਰੇ ਨੇ, ਮਾੜੇ ਨੇ, ਪਰ ਜਦੋਂ ਉਹਨਾਂ ਦੇ ਕੋਲ ਬੈਠਣਾ ਪੈਂਦਾ ਫਿਰ ਉਹੀ ਕੱਪੜੇ ਪਾ ਕੇ ਬਹਿਣਾ ਪੈਂਦਾ। ਨੀਲ ਵਸਤਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪ੍ਰਾਣ। ਮਲੇਸ਼ਾਂ ਦੇ ਕੋਲੋਂ ਖਾ ਵੀ ਲਿਆ ਤੇ ਇਹ ਸੋਚਦਾ ਵੀ ਮੈਂ ਆਪਣੇ ਧਾਰਮਿਕ ਗ੍ਰੰਥਾਂ ਦੀ ਪੂਜਾ ਕਰ ਲਈ ਹੈ। ਹਜ਼ੂਰ ਕਹਿੰਦੇ ਨੇ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ। ਅਭਾਖਿਆ ਮਤਲਬ ਹੁੰਦੀ ਹੈ ਅਭਾਸ਼ਿਤ, ਮਤਲਬ ਜਿਹੜਾ ਇਹਦੀ ਬੋਲੀ ਦੇ ਉਲਟ ਹੈ, ਵਿਧਾਨ ਤੋਂ ਉਲਟ ਹੈ। ਹਿੰਦੁਸਤਾਨ ਦਾ ਜਿਹੜਾ ਕਲਚਰ ਹੈ ਨਾ, ਇਹਦੇ ਵਿੱਚ ਝਟਕਾ ਸਿਸਟਮ ਚੱਲਦਾ ਹੁੰਦਾ ਸੀ। ਇਸਲਾਮ ਜਿਹੜਾ ਹੈ ਉਹਦੇ ਵਿੱਚ ਹਲਾਲ ਦਾ ਸਿਸਟਮ ਚੱਲਦਾ ਹੈ। ਆ ਹੁਣ ਫੇਰ ਬੜਾ ਦਿਨ ਹੋ ਗਏ ਰੌਲਾ ਪਿਆ ਹੋਇਆ ਹਿੰਦੁਸਤਾਨ ਦੇ ਵਿੱਚ ਝਟਕੇ ਦਾ ਤੇ ਹਲਾਲ ਦਾ। ਮਤਲਬ ਸਿਰਫ ਇੰਨਾ ਕੁ ਹੈ ਵੀ ਕੋਈ ਧੱਕੇ ਨਾਲ ਕਵੇ ਵੀ ਹਲਾਲ ਕਰੋ, ਕਿਉਂ ਅਸੀਂ ਕਰੀਏ? ਕਿਉਂ ਅਸੀਂ ਕਰੀਏ? ਦੂਸਰੇ ਪਾਸੇ ਕੋਈ ਧੱਕੇ ਨਾਲ ਕਵੇ ਵੀ ਤੁਸੀਂ ਝਟਕਾ ਕਰੋ, ਮੁਸਲਮਾਨ ਕਿਉਂ ਕਰੇ? ਉਹਦਾ ਵਿਧਾਨ ਇਹ ਹੈ ਵੀ ਉਹਨੇ ਹਲਾਲ ਖਾਣਾ ਹੈ, ਉਹਨੂੰ ਖਾਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਇਹ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕਹਿੰਦਾ, ਇਹਨੂੰ ਦਿਲ ਵੱਡਾ ਕਰਕੇ ਸਮਝ ਲਿਓ। ਤੁਹਾਡੇ ਸਾਹਮਣੇ ਪਤਾ ਨਹੀਂ ਕਿੱਦਾਂ ਦੀਆਂ ਖਬਰਾਂ ਪੇਸ਼ ਕਰ ਦਿੱਤੀਆਂ ਜਾਣ ਵੀ ਫਲਾਣਾ ਗਲਤ ਤੇ ਢਿੰਗੜਾ ਗਲਤ। ਨਹੀਂ, ਜੋ ਮੁਸਲਮਾਨਾਂ ਦੀ ਆਜ਼ਾਦੀ ਉਹਨਾਂ ਨੂੰ ਦਿੱਤੀ ਜਾਵੇ, ਜੋ ਦੂਸਰਿਆਂ ਦੀ ਆਜ਼ਾਦੀ ਉਹਨਾਂ ਨੂੰ ਦਿੱਤੀ ਜਾਵੇ। ਕੋਈ ਕਿੱਦਾਂ ਇੰਟਰਫੇਅਰ ਕਰੇ ਇਸ ਚੀਜ਼ ਦੇ ਵਿੱਚ। ਹਜ਼ੂਰ ਕਹਿੰਦੇ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ। ਆਪਣੇ ਘਰਾਂ 'ਚ ਤੁਸੀਂ ਬੱਕਰਾ ਵੀ ਕੋਹ ਕੇ ਖਾ ਲੈਂਦੇ ਜੇ, ਹਾਲਾਂਕਿ ਤੁਹਾਡਾ ਵਿਧਾਨ ਨਹੀਂ ਹੈ ਕੋਹ ਕੇ ਖਾਣਾ। ਚੌਕੇ ਉੱਪਰ ਕਿਸੇ ਨਾ ਜਾਣਾ, ਮਰਿਆ ਜਾਨਵਰ ਖਾ ਲੈਂਦੇ ਜੇ, ਪਰ ਜੇ ਕਿਤੇ ਤੁਹਾਡੇ ਚੌਂਕੇ ਦੇ ਉੱਤੇ ਕੋਈ ਨੀਵੀਂ ਜਾਤ ਵਾਲਾ ਬੰਦਾ ਆ ਜਾਵੇ, ਤੁਸੀਂ ਪਤਾ ਕੀ ਕਹਿੰਦੇ? ਸਾਡਾ ਚੌਂਕਾ ਪਿੱਟ ਕੇ ਰੱਖ ਦਿੱਤਾ ਇਹਨੇ। ਇੱਦਾਂ ਦੇ ਬੰਦੇ ਸਾਡੀ ਰਸੋਈ 'ਚ ਆ ਬੰਦੇ ਨਾ ਵੜਨ। ਕਿਉਂ?
ਇਹ ਵੜਦੇ ਨੇ ਤੇ ਸਾਡੀ ਰਸੋਈ ਗਲਤ ਹੋ ਜਾਂਦੀ ਹੈ, ਰਸੋਈ ਖਰਾਬ ਹੋ ਜਾਂਦੀ ਹੈ। ਪਰ ਉਸੇ ਰਸੋਈ 'ਚ ਮਰੇ ਜਾਨਵਰ ਜਿੰਨੇ ਮਰਜ਼ੀ ਖਾ ਲੈਣ, ਕੋਈ ਫਰਕ ਹੀ ਨਹੀਂ ਪੈਂਦਾ। ਇੱਥੇ ਗੱਲ ਇਹ ਨਹੀਂ ਚੱਲਦੀ ਕਿ ਕੀ ਖਾਣਾ ਤੇ ਕੀ ਨਹੀਂ ਖਾਣਾ ਚਾਹੀਦਾ। ਮਹਾਰਾਜ ਕਹਿੰਦੇ ਜਿੱਥੇ ਜਾਨਵਰ ਆ ਸਕਦਾ ਉੱਥੇ ਤੁਸੀਂ ਬੰਦਾ ਵੀ ਨਹੀਂ ਆਉਣ ਦਿੰਦੇ। ਤੁਸੀਂ ਸੋਚੋ ਤੁਸੀਂ ਕਰਦੇ ਕੀ ਪਏ ਜੇ? ਕਹਿੰਦੇ ਜੇ ਅਸੀਂ ਧਾਰਮਿਕ। ਚੌਕੇ ਉੱਪਰ ਕਿਸੇ ਨਾ ਜਾਣਾ, ਚੌਂਕੇ ਦੇ ਉੱਤੇ ਕਿਸੇ ਨੂੰ ਆਉਣ ਨਹੀਂ ਦਿੰਦੇ ਤੁਸੀਂ। ਫਿਰ ਦੇਖਿਆ ਚੌਕਾ, ਕੱਢੀ ਕਾਰ, ਇੱਕ ਲਾਈਨ ਬਣਾ ਦਿੱਤੀ ਹੈ ਤੁਸੀਂ, ਇੱਕ ਬਾਉਂਡਰੀ ਬਣਾ ਦਿੱਤੀ ਵੀ ਭਾਈ ਤੂੰ ਇੱਥੇ ਹੀ ਰਹਿਣਾ। ਘਰ ਦੇ ਮੈਂਬਰ ਨਹੀਂ ਖਾਸ ਦਿਨਾਂ 'ਚ ਆਉਣ ਦਿੰਦੇ, ਤੁਸੀਂ ਹੋਰ ਤੇ ਗੱਲਾਂ ਦੀਆਂ ਗੱਲਾਂ, ਅਸੀਂ ਅੱਗੇ ਜਾ ਕੇ ਪੜਾਂਗੇ ਇਹਨਾਂ ਨੂੰ। ਦੇਖ ਕੇ ਚੌਕਾ, ਕੱਢੀ ਕਾਰ, ਲਕੀਰ ਬਣਾ ਦਿੱਤੀ ਹੈ ਵੀ ਇਹਦੇ ਤੋਂ ਅੱਗੇ ਕਿਸੇ ਨੇ ਦੂਸਰੇ ਨੇ ਨਹੀਂ ਆਉਣਾ। ਤੇ ਮਹਾਰਾਜ ਕਹਿੰਦਾ ਜਿਹੜਾ ਬਣਾ ਰਿਹਾ, ਉੱਪਰ ਆਏ ਬੈਠੇ ਕੂੜੇਆਰ। ਬਣਾਉਣ ਵਾਲਾ ਭਾਵੇਂ ਝੂਠ ਬੋਲ ਕੇ ਬਣਾਈ ਜਾਵੇ, ਕੀ ਫਰਕ ਪੈਂਦਾ? ਉੱਪਰ ਆਏ ਬੈਠੇ ਕੂੜੇਆਰ, ਮੱਤ ਪਿੱਟੈ ਵੇ ਮੱਤ ਪਿੱਟੈ। ਰੌਲਾ ਪਾਉਂਦੇ ਨੇ ਪਿੱਛੇ ਰਹਿ ਜਾਓ, ਸਾਡੇ ਲਾਗੇ ਨਾ ਆਇਓ, ਕਿਤੇ ਸਾਡਾ ਚੌਂਕਾ ਨਾ ਖਰਾਬ ਕਰ ਦਿਓ, ਮਤਾਂ ਕਿਤੇ ਚੌਂਕਾ ਖਰਾਬ ਹੋ ਜਾਵੇ। ਪਰ ਗੁਰੂ ਸਾਹਿਬ ਕਹਿੰਦੇ ਇਹ ਅੰਨ ਸਾਡਾ ਫਿੱਟੈ, ਕਹਿੰਦੇ ਨੇ ਵੀ ਕਿਤੇ ਸਾਡਾ ਅੰਨ ਨਾ ਖਰਾਬ ਕਰ ਦਿਓ, ਫਿੱਟ ਦਿਓ। ਪਰ ਤਨ ਫਿੱਟੈ ਫੇੜ ਕਰੇਨ। ਝੂਠੇ ਦੇ ਤਨਾਂ ਵਾਲੇ ਇੰਨੀਆਂ ਗਲਤੀਆਂ ਲੈ ਕੇ ਦੂਜੇ ਨੂੰ ਨਹੀਂ ਆਉਣ ਦਿੰਦੇ। ਆਪ ਭਾਵੇਂ ਸਾਰੀਆਂ ਗਲਤੀਆਂ ਲੈ ਕੇ ਤੇ ਉੱਥੇ ਬੈਠੇ ਰਹਿਣ, ਆਪ ਭਾਵੇਂ ਸਾਰੀਆਂ ਗਲਤੀਆਂ ਨਾਲ ਬੁਲਾ ਲੈਣ, ਪਰ ਦੂਸਰਾ ਕਿੱਦਾਂ ਆ ਕੇ ਕੁਝ ਕਰ ਦੇਵੇ। ਕਿੰਨੀ ਰਿਸਟ੍ਰਿਕਸ਼ਨਸ ਲਾਈਆਂ ਹੋਈਆਂ ਨੇ ਇਹਨਾਂ ਲੋਕਾਂ ਨੇ ਵੀ ਤੁਸੀਂ ਲਾਗੇ ਨਹੀਂ ਆਉਣਾ ਜਦੋਂ ਅਸੀਂ ਕੁਝ ਕਰਦੇ ਪਏ। ਮਹਾਰਾਜ ਉਹਨਾਂ ਦੀ ਗੱਲ ਕਰਦੇ ਪਏ ਨੇ। ਤਨ ਫਿੱਟੈ ਫੇੜ ਕਰੇਨ। ਆਪ ਜਿੰਨੇ ਮਰਜ਼ੀ ਮਾੜੇ ਹੋਣ, ਕੋਈ ਦੂਸਰਾ ਚੌਂਕੇ ਵੱਲ ਵੇਖ ਵੀ ਕਿੱਦਾਂ ਲਵੇ। ਤਨ ਫਿੱਟੈ ਫੇੜ ਕਰੇਨ, ਮਨ ਝੂਠੈ ਚੁਲੀ ਭਰੇਨ। ਮੂੰਹ ਨਾਲ ਚੂਲੀਆਂ ਭਰ ਕੇ ਤੇ ਕਹਿੰਦੇ ਨੇ ਵੀ ਮੂੰਹ ਸੁੱਚੇ ਹੋ ਗਏ ਨੇ, ਮਨ ਦੇ ਵਿੱਚੋਂ ਭਾਵੇਂ ਪੂਰੇ ਝੂਠੇ ਦੇ ਝੂਠੇ ਹੀ ਹੋਣ। ਮਨ ਝੂਠੈ ਚੁਲੀ ਭਰੇਨ। ਹਜ਼ੂਰ ਕਹਿੰਦੇ ਕਹੋ ਨਾਨਕ ਸੱਚ ਧਿਆਈ ਹੈ। ਇਹ ਭਾਈ ਸੱਚ ਨੂੰ ਧਿਆਉਣਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ। ਪਰ ਕਿੱਦਾਂ? ਸੁੱਚ ਹੋਵੇ ਤਾਂ ਸੱਚ ਪਾਈਐ। ਸੁੱਚ ਵੀ ਤਾਂ ਹੋ ਸਕਦੀ ਹੈ ਜੇ ਸੱਚ ਨੂੰ ਪਾ ਲਿਆ ਹੈ। ਸੁੱਚ ਹੋਵੇ ਤਾਂ ਸੱਚ ਪਾਈਐ ਨਹੀਂ ਹੈ। ਸੁੱਚ ਹੋਵੇ ਤਾਂ, ਸੁੱਚ ਵੀ ਤਾਂ ਹੋ ਸਕਦੀ ਹੈ ਜੇ ਰੱਬ ਨੂੰ ਪਾ ਲਿਆ ਹੈ। ਨਹੀਂ ਤੇ ਬਸ ਬਾਹਰ ਜਿੰਨਾ ਮਰਜ਼ੀ ਨਹਾਈ ਜਾਈਏ, ਕੋਈ ਫਰਕ ਨਹੀਂ ਪੈਂਦਾ। ਬਾਹਰ ਦੀ ਸੁੱਚ ਸਾਨੂੰ ਕੀ ਕਰੇਗੀ? ਹਜ਼ੂਰ ਦਾ ਸ਼ਬਦ ਅਸੀਂ ਪਹਿਲੀ ਪੌੜੀ ਦੇ ਵਿੱਚ ਹੀ ਪੜ੍ਹ ਲੈਂਦੇ ਹਾਂ ਕਿ ਬੰਦਾ ਜੇਕਰ ਲੱਖਾਂ ਵੀ ਤੀਰਥਾਂ ਦੇ ਉੱਤੇ ਨਹਾਉਂਦਾ ਫਿਰੇ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਲੱਖਾਂ ਵਾਰੀ ਪਵਿੱਤਰ ਕਰ ਲਵਾਂ ਮੈਂ, ਕੀ ਪਵਿੱਤਰ ਰਹਿ ਜਾਵਾਂਗਾ? ਇਸ ਕਰਕੇ ਮਹਾਰਾਜ ਨੇ ਇਸ ਸ਼ਲੋਕ ਦੇ ਵਿੱਚ ਜਿਹੜੀ ਤੇ ਪਿਛਲੇ ਸ਼ਲੋਕ ਦੇ ਵਿੱਚ ਗੱਲ ਕੀਤੀ ਹੈ, ਉਹਦਾ ਇੱਕ ਮਕਸਦ ਇਹ ਹੈ ਵੀ ਭਾਈ ਜੇਕਰ ਤੁਸੀਂ ਪਾਵਰ ਦੇ ਵਿੱਚ ਆਉਂਦੇ ਜੇ, ਤੁਸੀਂ ਅਦਰ ਨੂੰ ਕਿੰਨੀ ਸਪੇਸ ਦਿੰਦੇ ਜੇ? ਸੁਭਾਵਿਕ ਜੀ ਗੱਲ ਹੈ ਵੀ ਮੇਰੇ ਕਰਮ ਹਿੰਦੂ ਨਾਲ ਨਹੀਂ ਮਿਲਦੇ, ਮੇਰੇ ਕਰਮ ਮੁਸਲਮਾਨ ਨਾਲ ਨਹੀਂ ਮਿਲਦੇ, ਪਰ ਜੇ ਰਾਜ ਮੇਰੇ ਹੱਥ ਦੇ ਵਿੱਚ ਹੈ ਤੇ ਮੈਂ ਮੁਸਲਮਾਨਾਂ ਨੂੰ ਤੇ ਹਿੰਦੂਆਂ ਨੂੰ ਕਿੰਨੀ ਸਪੇਸ ਦਿੰਦਾ ਹਾਂ। ਜੇ ਮੈਂ ਹਿੰਦੂ ਹਾਂ ਤੇ ਮੈਂ ਮੁਸਲਮਾਨ ਹਾਂ ਤਾਂ ਦੂਸਰਿਆਂ ਨੂੰ ਕਿੰਨੀ ਸਪੇਸ ਦਿੰਦਾ ਹਾਂ ਵੀ ਆਪਣੇ ਕਰਮ ਨਿਭਾਉਣ ਦੇ ਲਈ ਹਰ ਕੋਈ ਆਜ਼ਾਦ ਹੋਵੇ, ਹਰ ਕੋਈ ਆਜ਼ਾਦ ਹੋਵੇ। ਪਰ ਡਰ ਕੇ ਭਗਤੀ ਨਹੀਂ ਵੀ ਰਾਜ ਉਹਨਾਂ ਦਾ ਚੱਲਦਾ ਪਿਆ ਤੇ ਉਹਨਾਂ ਦੇ ਕਰਮ ਕਾਂਡ ਵੀ ਕਰੀ ਜਾਓ ਤੇ ਆਪਣੇ ਵੀ ਕਰ ਲਵੋ। ਹਜ਼ੂਰ ਕਹਿੰਦੇ ਭਗਤੀ ਨਹੀਂ ਹੁੰਦੀ, ਇਹ ਡਰ ਦੀ ਭਗਤੀ ਹੁੰਦੀ ਹੈ। ਇਹ ਦੋ ਕੁ ਸ਼ਲੋਕ ਨੇ ਜਿਹੜੀ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਨਾਲ ਪੌੜੀ ਹੈ ਅਸੀਂ ਕੱਲ੍ਹ ਦੇ ਸਮੇਂ ਦੇ ਵਿੱਚ ਵਿਚਾਰਾਂਗੇ। ਦਾਤਾਰ ਕਿਰਪਾ ਕਰਨ। ਆਪ ਜੀ ਦੇ ਚਰਨਾਂ ਦੇ ਵਿੱਚ ਅੱਜ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।